ਵੈਲਕਮ ਟੂ ਸਟੇ ਸ਼ੋਕਟ ਸਟੇ ਬਿਕਮਸ ਈਜ਼ੀਅਰ। ਲਾਸਟ ਵੀਡੀਓ ਵਿੱਚ ਆਪਾਂ ਟਿਸ਼ੂ ਵਾਲਾ ਚੈਪਟਰ ਸ਼ੁਰੂ ਕੀਤਾ ਸੀ। ਜੋ ਨਾਰਚਰਮੀ ਈਟੀਟੀ ਦੀ ਪ੍ਰੈਪਰੇਸ਼ਨ ਦੇ ਲਈ ਆਪਾਂ ਸਾਇੰਸ ਦੀ ਬਾਇਓਲੋਜੀ ਦੇ ਚੈਪਟਰ ਸ਼ੁਰੂ ਕੀਤੇ ਹੋਏ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸੈੱਲ ਦੇ ਸਾਰੇ ਚੈਪਟਰਸ ਨਾਲ ਐਮਸੀਕਿਊਜ਼ ਜਿਹੜੇ ਆਪਾਂ ਕੰਪਲੀਟ ਕਰ ਚੁੱਕੇ ਹਾਂ, ਤੇ ਨਾਲ ਹੀ ਟਿਸ਼ੂ ਚੈਪਟਰ ਦੇ ਵਿੱਚ ਪਲਾਂਟ ਟਿਸ਼ੂ ਨੂੰ ਆਪਾਂ ਪੂਰਾ ਡਿਟੇਲ ਦੇ ਵਿੱਚ ਕਵਰ ਕਰ ਚੁੱਕੇ ਹਾਂ। ਜੇ ਹਾਲੇ ਤੱਕ ਤੁਹਾਨੂੰ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਉਹਦੇ ਵਿੱਚ ਡਿਟੇਲ ਦੇ ਵਿੱਚ ਆਪਾਂ ਪਲਾਂਟ ਟਿਸ਼ੂ ਤੇ ਉਹਦੇ ਰਿਲੇਟਡ ਕਨਸੈਪਟਸ ਨੂੰ ਡਿਸਕਸ ਕੀਤਾ ਹੈ। ਸੋ ਇਸ ਵੀਡੀਓ ਦੇ ਵਿੱਚ ਆਪਾਂ ਕਰਨ ਵਾਲੇ ਹਾਂ ਜੀ ਐਨੀਮਲ ਟਿਸ਼ੂ, ਜਿਸਨੂੰ ਪ੍ਰਾਣੀ ਟਿਸ਼ੂ ਵੀ ਕਿਹਾ ਜਾਂਦਾ ਹੈ। ਸੋ ਤੁਹਾਨੂੰ ਪੰਜਾਬੀ ਔਰ ਇੰਗਲਿਸ਼ ਦੋਨਾਂ ਦੇ ਵਿੱਚ ਹੀ ਆਪਣੀ ਜਿਹੜੀ ਐਕਸਪਲੇਨੇਸ਼ਨ ਰਹਿਣ ਵਾਲੀ ਹੈ। ਪੰਜਾਬੀ ਔਰ ਇੰਗਲਿਸ਼ ਦੋਨਾਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਇਹ ਟਿਸ਼ੂ ਚੈਪਟਰ ਆ ਉਹ ਸਮਝ ਆਏਗਾ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਨੂੰ ਪਾਉਣ ਲਈ ਤੇ ਉਹਨਾਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾਉਣ ਲਈ ਤੁਸੀਂ ਫੇਸਬੁੱਕ ਜਾਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਹਾਂਜੀ, ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਅੱਜ ਆਪਣਾ ਹੈਗਾ ਜੀ ਐਨੀਮਲ ਟਿਸ਼ੂ, ਜਿਸਨੂੰ ਕਹਿੰਦੇ ਆ ਪ੍ਰਾਣੀ ਟਿਸ਼ੂ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਹ ਚਾਰਟ, ਜਿਸ ਦੇ ਵਿੱਚ ਉਹਦੀ ਟਾਈਪਸ ਜਿਹੜੀਆਂ ਲਿਖੀਆਂ ਹੋਈਆਂ ਨੇ। ਜਿਵੇਂ ਕੱਲ ਆਪਾਂ ਕੀਤਾ ਸੀ ਪੌਦਾ ਟਿਸ਼ੂ ਯਾਨੀ ਕਿ ਪਲਾਂਟ ਟਿਸ਼ੂ, ਉਹਦੀਆਂ ਦੋ ਟਾਈਪ ਸੀ ਮੇਨ, ਮੈਰਿਸਟੇਮੈਟਿਕ ਜਿਸਨੂੰ ਵਿਭਾਜਨਯੋਗ ਟਿਸ਼ੂ ਕਿਹਾ ਜਾਂਦਾ ਸੀ, ਤੇ ਨਾਲ ਸੀ ਉਸਦੀ ਪਰਮਾਨੈਂਟ ਟਿਸ਼ੂ ਜਿਸਨੂੰ ਸਥਾਈ ਟਿਸ਼ੂ ਕਿਹਾ ਜਾਂਦਾ ਸੀ। ਉਸੇ ਤਰ੍ਹਾਂ ਪ੍ਰਾਣੀ ਟਿਸ਼ੂ ਦੀਆਂ ਵੀ ਆਪਣੀਆਂ ਕੁਝ ਟਾਈਪਸ ਨੇ, ਤੇ ਮੇਨ ਉਹਦੀਆਂ 4 ਟਾਈਪਸ ਨੇ। ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਉਰੇ ਮੈਂਸ਼ਨ ਕੀਤੀ ਹੋਈ ਹੈ ਜੀ ਐਪੀਥੀਲੀਅਲ ਟਿਸ਼ੂ। ਇੰਗਲਿਸ਼ 'ਚ ਇਸਨੂੰ ਐਪੀਥੀਲੀਅਲ ਟਿਸ਼ੂ ਕਹਿੰਦੇ ਨੇ, ਤੇ ਪੰਜਾਬੀ ਵਿੱਚ ਇਸਨੂੰ ਅਧਿਛਦ ਟਿਸ਼ੂ ਕਿਹਾ ਜਾਂਦਾ ਹੈ। ਤੁਸੀਂ ਨਾਲ ਨਾਲ ਨੋਟ ਕਰ ਸਕਦੇ ਹੋ, ਇਹਨੂੰ ਕਿਹਾ ਜਾਂਦਾ ਜੀ ਅਧਿਛਦ ਟਿਸ਼ੂ। ਦੂਸਰਾ ਹੈ ਮਸਕੂਲਰ ਟਿਸ਼ੂ, ਦੂਸਰੀ ਟਾਈਪ ਹੈ ਮਸਕੂਲਰ, ਜਿਸਨੂੰ ਮਾਸਪੇਸ਼ੀ ਟਿਸ਼ੂ ਕਿਹਾ ਜਾਂਦਾ ਹੈ। ਤੀਸਰਾ ਹੈ ਕਨੈਕਟਿਵ ਟਿਸ਼ੂ, ਜਿਸਨੂੰ ਪੰਜਾਬੀ ਵਿੱਚ ਜੋੜਕ ਟਿਸ਼ੂ ਕਿਹਾ ਜਾਂਦਾ ਹੈ। ਤੇ ਚੌਥਾ ਹੈ ਨਰਵਸ ਟਿਸ਼ੂ ਜਾਂ ਨਰਵ ਟਿਸ਼ੂ, ਜਿਸਨੂੰ ਪੰਜਾਬੀ ਵਿੱਚ ਨਾੜੀ ਟਿਸ਼ੂ ਕਿਹਾ ਜਾਂਦਾ ਹੈ ਜਾਂ ਨਿਊਰਲ ਟਿਸ਼ੂ ਵੀ ਕਿਹਾ ਜਾਂਦਾ ਹੈ। ਸੋ ਐਨੀਮਲ ਟਿਸ਼ੂ ਪ੍ਰਾਣੀ ਟਿਸ਼ੂ ਦੀਆਂ 4 ਟਾਈਪਸ ਨੇ, ਐਪੀਥੀਲੀਅਲ ਟਿਸ਼ੂ, ਅਧਿਛਦ ਟਿਸ਼ੂ, ਮਸਕੂਲਰ ਟਿਸ਼ੂ, ਮਾਸਪੇਸ਼ੀ ਟਿਸ਼ੂ, ਕਨੈਕਟਿਵ ਟਿਸ਼ੂ, ਜੋੜਕ ਟਿਸ਼ੂ, ਨਰਵਸ ਟਿਸ਼ੂ ਜਾਂ ਜਿਸਨੂੰ ਕਿਹਾ ਜਾਂਦਾ ਹੈ ਨਾੜੀ ਟਿਸ਼ੂ। ਇਸਨੂੰ ਡਿਟੇਲ ਦੇ ਵਿੱਚ ਇੱਕ ਇੱਕ ਕਰਕੇ ਪੜਾਂਗੇ, ਤੇ ਨਾਲ ਇਸਦੇ ਜੋ ਸਬ ਟਾਈਪਸ ਹੈਗੀਆਂ ਨੇ ਉਹਨਾਂ ਨੂੰ ਵੀ ਡਿਟੇਲ ਦੇ ਵਿੱਚ ਆਪਾਂ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜੀ ਐਪੀਥੀਲੀਅਲ ਟਿਸ਼ੂ, ਜਿਸਨੂੰ ਪੰਜਾਬੀ 'ਚ ਕਹਿੰਦੇ ਆ ਅਧਿਛਦ ਟਿਸ਼ੂ। ਹਾਂਜੀ, ਸਭ ਤੋਂ ਪਹਿਲਾਂ ਆਪਣੇ ਪਾਸ ਹੈ ਐਪੀਥੀਲੀਅਲ ਟਿਸ਼ੂ ਜਾਂ ਅਧਿਛਦ ਟਿਸ਼ੂ। ਕੀ ਹੁੰਦਾ ਹੈ ਜੀ? ਸਭ ਤੋਂ ਪਹਿਲਾਂ ਤੁਸੀਂ ਇਹ ਪੁਆਇੰਟਸ ਜਿਹੜੇ ਨੋਟ ਕਰ ਸਕਦੇ ਹੋ ਨਾਲ, ਕਿਉਂਕਿ ਜਿਹੜੇ ਮੈंने ਹਾਈਲਾਈਟ ਕੀਤੇ ਉਹਨਾਂ ਨੂੰ ਤੁਸੀਂ ਜਿਹੜੇ ਨੰਬਰਿੰਗ ਦੇ ਕੇ ਜਾਂ ਪੁਆਇੰਟ ਪਾ ਕੇ ਜਿਹੜਾ ਉਸਨੂੰ ਨੋਟ ਕਰ ਸਕਦੇ ਹੋ। ਤਾਂ ਐਪੀਥੀਲੀਅਲ ਟਿਸ਼ੂ ਕਿਹੜਾ ਹੁੰਦਾ ਜਾਂ ਅਧਿਛਦ ਟਿਸ਼ੂ ਕਿਹੜਾ ਹੁੰਦਾ? ਜੋ ਸਭ ਤੋਂ ਬਾਹਰਲੀ ਪਰਤ ਹੁੰਦੀ ਹੈ ਉਸਨੂੰ ਆਪਾਂ ਕਹਿੰਦੇ ਹਾਂ ਅਧਿਛਦ ਟਿਸ਼ੂ ਜਾਂ ਐਪੀਥੀਲੀਅਲ। ਦੇਖੋ, ਕਵਰਿੰਗ ਔਰ ਪ੍ਰੋਟੈਕਟਿਵ ਲੇਅਰ। ਪ੍ਰੋਟੈਕਟਿਵ ਟਿਸ਼ੂ ਕਿਸੇ ਵੀ ਚੀਜ਼ ਦੀ ਜੋ ਕਵਰਿੰਗ ਹੁੰਦੀ ਹੈ, ਬਾਹਰਲੀ ਲੇਅਰ ਹੁੰਦੀ ਹੈ ਜੋ ਉਸ ਪ੍ਰੋਟੈਕਟ ਕਰਕੇ ਰੱਖਦੀ ਹੈ, ਤਾਂ ਉਸਨੂੰ ਹੀ ਅਸੀਂ ਕਹਿੰਦੇ ਹਾਂ ਐਪੀਥੀਲੀਅਲ ਟਿਸ਼ੂ। ਕਿਸੇ ਵੀ ਔਰਗਨ ਦੀ ਜੋ ਬਾਹਰਲੀ ਪਰਤ ਹੁੰਦੀ ਹੈ, ਬੋਡੀ ਦੀ ਬਾਹਰਲੀ ਪਰਤ ਹੁੰਦੀ ਹੈ, ਉਹ ਪਰਤ ਜਿਨ੍ਹਾਂ ਸੈੱਲਾਂ ਦੇ ਇਕੱਠ ਤੋਂ, ਜਿਨ੍ਹਾਂ ਟਿਸ਼ੂਆਂ ਤੋਂ ਬਣੀ ਹੁੰਦੀ ਹੈ, ਉਸੇ ਨੂੰ ਆਪਾਂ ਕਹਿੰਦੇ ਹਾਂ ਐਪੀਥੀਲੀਅਲ ਟਿਸ਼ੂ। ਕਿਉਂਕਿ ਉਹ ਕਵਰ ਕਰਦੀ ਹੈ, ਪ੍ਰੋਟੈਕਟ ਕਰਦੀ ਹੈ, ਉਸਨੂੰ ਬਚਾਉਂਦੀ ਹੈ, ਸਰੀਰ ਦੇ ਬਾਹਰਲੇ ਹਿੱਸੇ ਨੂੰ ਢੱਕ ਕੇ ਰੱਖਦੀ ਹੈ, ਉਹਦੀ ਰੱਖਿਆ ਕਰਦੀ ਹੈ, ਉਹਨੂੰ ਬਚਾਉਂਦੀ ਹੈ। ਨਾਲ ਹੀ ਤੁਸੀਂ ਦੇਖ ਸਕਦੇ ਹੋ ਕਵਰ ਮੋਸਟ ਔਰਗਨ ਐਂਡ ਕੈਵਿਟੀਜ਼ ਵਿਦ ਇਨ ਦਾ ਬੋਡੀ। ਤਾਂ ਸਰੀਰ ਦੇ ਵਿੱਚ ਜਿੰਨੇ ਵੀ ਔਰਗਨ ਹੁੰਦੇ ਨੇ, ਅੰਗ ਹੁੰਦੇ ਨੇ, ਤੇ ਉਹਨਾਂ ਦੀਆਂ ਵਿਚਲੀਆਂ ਖੋੜਾਂ ਹੁੰਦੀਆਂ ਨੇ, ਕੈਵਿਟੀਜ਼ ਦਾ ਮਤਲਬ ਹੁੰਦਾ ਵਿਚਲੀਆਂ ਖੋੜਾਂ, ਤਾਂ ਉਹਨਾਂ ਨੂੰ ਢੱਕਣ ਦਾ ਕੰਮ ਵੀ ਐਪੀਥੀਲੀਅਲ ਟਿਸ਼ੂ ਹੀ ਕਰਦੀ ਹੈ। ਇੱਕ ਬੈਰੀਅਰ ਨੂੰ ਫਾਰਮ ਕਰਦੀ ਹੈ ਟੂ ਕੀਪ ਅ ਡਿਫਰੈਂਟ ਬੋਡੀ ਸਿਸਟਮਸ ਸੈਪਰੇਟ। ਦੇਖੋ, ਆਪਾਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਡਿਫਰੈਂਟ ਬੋਡੀ ਸਿਸਟਮਸ ਹੁੰਦੇ ਨੇ, ਤਾਂ ਹਰ ਇੱਕ ਬੋਡੀ ਸਿਸਟਮ, ਜਿਸਨੂੰ ਪੰਜਾਬੀ 'ਚ ਅੰਗ ਪ੍ਰਣਾਲੀਆਂ ਕਿਹਾ ਜਾਂਦਾ ਹੈ, ਉਹਨਾਂ ਨੂੰ ਆਪਸ ਦੇ ਵਿੱਚ ਇੱਕ ਦੂਜੇ ਤੋਂ ਵੱਖ ਰੱਖਣ ਦਾ ਕੰਮ ਵੀ ਜਿਹੜਾ ਐਪੀਥੀਲੀਅਲ ਟਿਸ਼ੂ ਕਰਦਾ ਹੈ। ਕਿਉਂਕਿ ਇਹ ਬਾਹਰਲੀ ਪਰਤ ਹੈ, ਲੇਅਰ ਬਣਾਉਂਦਾ ਹੈ। ਇਸਦੇ ਜਿਹੜੇ ਸੈੱਲ ਹੁੰਦੇ ਨੇ ਬਹੁਤ ਹੀ ਜ਼ਿਆਦਾ ਟਾਈਟਲੀ ਪੈਕਡ ਹੁੰਦੇ ਨੇ, ਇੱਕ ਦੂਸਰੇ ਨਾਲ ਬਹੁਤ ਹੀ ਬੱਜਵੀਂ ਤਹਿ ਦੇ ਨਾਲ ਬੰਨੇ ਹੁੰਦੇ ਨੇ, ਤੇ ਇਸੇ ਕਰਕੇ ਇਹਨਾਂ ਦੇ ਵਿੱਚ ਇਹ ਇੱਕ ਕੰਟੀਨਿਊਸ ਸ਼ੀਟ ਬਣਾਉਂਦੇ ਨੇ, ਇੱਕ ਤਹਿ ਦੀ ਸ਼ੇਪ ਇਹ ਬਣਾਉਂਦੇ ਨੇ, ਤਹਿ ਦੀ ਤਰ੍ਹਾਂ ਲੱਗੇ ਹੁੰਦੇ ਨੇ। ਕਿਉਂਕਿ ਸਾਰੇ ਸੈੱਲ ਆਪਸ ਦੇ ਵਿੱਚ ਟਾਈਟਲੀ ਪੈਕ ਹੁੰਦੇ ਨੇ, ਤਾਂ ਇੱਕ ਤਹਿ ਦੀ ਤਰ੍ਹਾਂ ਬਣ ਜਾਂਦੇ ਨੇ, ਇੱਕ ਸ਼ੀਟ ਦੀ ਤਰ੍ਹਾਂ ਬਣ ਜਾਂਦੇ ਨੇ, ਤੇ ਇਸੇ ਕਰਕੇ ਇਹਨਾਂ ਵਿੱਚ ਕੋਈ ਵੀ ਇੰਟਰ ਸੈਲੂਲਰ ਸਪੇਸ ਨਹੀਂ ਹੁੰਦੀ, ਕਿਉਂਕਿ ਬਾਹਰਲੀ ਕਵਰਿੰਗ ਹੈ। ਇਸ ਕਰਕੇ ਇਹਦੇ ਜਿਹੜੇ ਸੈੱਲ ਟਾਈਟਲੀ ਪੈਕ ਹੁੰਦੇ ਆ, ਤਾਂ ਕਿ ਕੋਈ ਵੀ ਹਾਰਮਫੁਲ ਜਿਹੜੀ ਚੀਜ਼ ਹੈ, ਕੋਈ ਫੋਰਨ ਪਾਰਟੀਕਲ ਹੈ, ਤਾਂ ਉਹ ਬਾਹਰੋਂ ਅੰਦਰ ਦੀ ਤਰਫ ਨਾ ਆ ਸਕੇ। ਸੋ ਇਸ ਲਈ ਇਹਦੇ ਜਿਹੜੇ ਵਿੱਚ ਇੰਟਰ ਸੈਲੂਲਰ ਸਪੇਸ ਹੁੰਦੀ ਆ ਉਹ ਵੀ ਨਹੀਂ ਹੁੰਦੀ। ਇਹ ਹੋ ਗਏ ਜੀ ਇਸਦੇ ਕਰੈਕਟਰਿਸਟਿਕਸ ਕਿ ਐਪੀਥੀਲੀਅਲ ਟਿਸ਼ੂ ਕਿਸ ਤਰ੍ਹਾਂ ਦਾ ਹੁੰਦਾ ਹੈ। ਇਹਦੀਆਂ ਜਿਹੜੀ ਲੇਅਰਸ ਹੁੰਦੀਆਂ ਨੇ, ਇਹਦੇ ਵਿੱਚ ਇੱਕ ਲੇਅਰ ਜਿਹੜੀ ਹੁੰਦੀ ਹੈ ਉਹ ਬਾਹਰਲੀ ਤਰਫ ਜਿਹੜੀ ਲੇਅਰ ਹੁੰਦੀ ਹੈ ਉਹ ਫ੍ਰੀ ਹੁੰਦੀ ਹੈ, ਲੇਕਿਨ ਜਿਹੜੀ ਇਸਦੀ ਅੰਦਰਲੀ ਲੇਅਰ ਹੁੰਦੀ ਹੈ ਉਹ ਨੀਚੇ ਇੱਕ ਇਸਦੇ ਬੇਸਮੈਂਟ ਮੈਂਬਰੇਨ ਹੁੰਦੀ ਹੈ। ਤੁਸੀਂ ਇੱਥੇ ਦੇਖ ਸਕਦੇ ਹੋ ਬੇਸਮੈਂਟ ਮੈਂਬਰੇਨ, ਇਸਦੇ ਨੀਚੇ ਇੱਕ ਬੇਸਮੈਂਟ ਮੈਂਬਰੇਨ ਹੁੰਦੀ ਹੈ, ਉਸਦੇ ਨਾਲ ਅਟੈਚ ਹੁੰਦੀ ਹੈ। ਦੂਸਰੀ ਇਸਦੀ ਲੇਅਰ ਜਿਹੜੀ ਹੁੰਦੀ ਹੈ ਉਹ ਬੇਸਲ ਸਰਫੇਸ ਹੁੰਦੀ ਹੈ, ਬੇਸਮੈਂਟ ਮੈਂਬਰੇਨ ਦੇ ਨਾਲ ਅਟੈਚਡ ਹੁੰਦੀ ਹੈ, ਉੱਪਰ ਵਾਲੀ ਫ੍ਰੀ ਹੁੰਦੀ ਹੈ। ਹਾਂਜੀ, ਹੁਣ ਆ ਜਾਂਦਾ ਕਿ ਐਪੀਥੀਲੀਅਲ ਟਿਸ਼ੂ ਸਾਨੂੰ ਕਿੱਥੇ ਕਿੱਥੇ ਮਿਲਦਾ ਹੈ ਬੋਡੀ ਦੇ ਵਿੱਚ। ਲਾਈਨਿੰਗ ਆਫ ਮਾਊਥ ਦੀ ਲਾਈਨਿੰਗ ਤੇ ਆਪਾਂ ਨੂੰ ਮਿਲਦਾ, ਸਕਿਨ ਤੇ ਆਪਾਂ ਨੂੰ ਮਿਲਦਾ, ਕਿਉਂਕਿ ਬਾਹਰਲੀ ਪਰਤ ਹੈ, ਉਸਨੇ ਸਰੀਰ ਨੂੰ ਢੱਕਣ ਦਾ ਕੰਮ ਜਿਹੜਾ ਉਹ ਐਪੀਥੀਲੀਅਲ ਟਿਸ਼ੂ ਕਰਦਾ ਹੈ, ਅਧਿਛਦ ਟਿਸ਼ੂ ਕਰਦਾ। ਸੋ ਸਕਿਨ ਦੇ ਵਿੱਚ ਸਾਨੂੰ ਮਿਲੇਗਾ। ਲੰਗ ਐਲਵੋਲਾਈ ਦੇ ਵਿੱਚ ਸਾਨੂੰ ਇਸਦੀ ਜਿਹੜੀ ਹੈ ਮਿਲਦੇ ਨੇ। ਲਾਈਨਿੰਗ ਆਫ ਬਲੱਡ ਵੈਸਲਸ, ਜਿਹੜੀਆਂ ਬਲੱਡ ਵੈਸਲਸ ਹੁੰਦੀਆਂ ਨੇ, ਖੂਨ ਦੀਆਂ ਨਾੜੀਆਂ ਹੁੰਦੀਆਂ ਨੇ, ਉਹਨਾਂ ਦੇ
ਵਿੱਚ ਵੀ ਉਹਨਾਂ ਦੀ ਪਰਤ ਤੇ ਉਹਨਾਂ ਦੀ ਬਾਹਰਲੀ ਪਰਤ ਤੇ ਵੀ ਸਾਨੂੰ ਇਹ ਅਧਿਸ਼ਟ ਟਿਸ਼ੂ ਮਿਲਦਾ ਹੈ। ਤੇ ਕਿਡਨੀ ਟਿਊਬਸ, ਕਿਡਨੀ ਦੇ ਵਿੱਚ ਜਿਹੜੇ ਟਿਊਬਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਸਾਨੂੰ ਇਹ ਟਿਸ਼ੂ ਮਿਲਦਾ ਹੈ। ਬਾਕੀ ਜਿੰਨੇ ਵੀ ਆਪਾਂ ਤੁਹਾਨੂੰ ਐਲਵੋਲਾਈ ਦੱਸੇ ਆ, ਬਲੱਡ ਵੈਸਲਸ ਦੱਸੇ ਆ ਜਾਂ ਕਿਡਨੀ ਦੇ ਟਿਊਬਸ ਦੱਸੀਆਂ ਨੇ, ਇਹਨਾਂ ਸਾਰਿਆਂ ਨੂੰ ਇੱਕ ਕਰਕੇ ਆਪਾਂ ਡਿਟੇਲ ਦੇ ਵਿੱਚ ਪੜਾਂਗੇ। ਫਿਲਹਾਲ ਇਹ ਸਿਰਫ ਇਹ ਨੋਟ ਕਰ ਲਓ ਕਿ ਐਪੀਥੀਲੀਅਲ ਟਿਸ਼ੂ ਸਾਨੂੰ ਕਿੱਥੇ ਕਿੱਥੇ ਮਿਲਦਾ ਹੈ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬਾਹਰਲਾ ਟਿਸ਼ੂ ਹੁੰਦਾ, ਯਾਨੀ ਕਿ ਬਾਹਰਲੀ ਪਰਤ ਦਾ ਟਿਸ਼ੂ ਹੁੰਦਾ, ਇਹ ਹੀ ਪ੍ਰੋਟੈਕਟ ਕਰਦਾ ਔਰ ਇਹ ਹੀ ਡਿਸਾਈਡ ਕਰਦਾ ਕਿ ਕਿਹੜੀ ਚੀਜ਼ ਨੇ ਅੰਦਰ ਬਾਹਰ ਜਿਹੜਾ ਜਾਣਾ, ਐਕਸਚੇਂਜ ਹੋਣਾ ਹੈ। ਸੋ ਇਸ ਕਰਕੇ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਕਿ ਇਸ ਦੀ ਪਰਮੇਬਿਲਿਟੀ ਕੀ ਹੈ। ਇੱਥੇ ਤੁਸੀਂ ਦੇਖ ਸਕਦੇ ਹੋ, ਪਰਮੇਬਿਲਿਟੀ ਦਾ ਮਤਲਬ ਕੀ ਹੈ, ਕਿਸ ਚੀਜ਼ ਨੂੰ ਪਰਮਿਸ਼ਨ ਦਿੰਦਾ ਹੈ ਕਿ ਉਹ ਕਿਹੜੀ ਚੀਜ਼ ਅੰਦਰ ਜਾਏਗੀ ਜਾਂ ਕਿਹੜੀ ਨਹੀਂ ਜਾਏਗੀ, ਜਾਂ ਕਿਹੜੇ ਟਿਸ਼ੂ ਕਿਸ ਜਗ੍ਹਾ ਤੇ ਕਿਸ ਚੀਜ਼ ਨੂੰ ਅਲਾਓ ਕਰਦੇ ਆ। ਸੋ ਉਸ ਬੇਸਿਸ ਤੇ ਇਹਨਾਂ ਦੇ ਫੰਕਸ਼ਨ ਜਿਹੜੇ ਆ ਉਹ ਅਲੱਗ-ਅਲੱਗ ਹੁੰਦੇ ਆ। ਜਿਵੇਂ ਅਗਰ ਆਪਾਂ ਐਲਵੋਲਾਈ ਯਾਨੀ ਕਿ ਲੰਗਸ ਦੇ ਵਿੱਚ ਗੱਲ ਕਰ ਲਈਏ, ਫੇਫੜਿਆਂ ਦੇ ਵਿੱਚ ਗੱਲ ਕਰ ਲਈਏ, ਉੱਥੇ ਗੈਸਾਂ ਦੇ ਐਕਸਚੇਂਜ ਨੂੰ ਅਲਾਓ ਕਰਦੇ ਆ ਤਾਂ ਕਿ ਗੈਸਾਂ ਦਾ ਐਕਸਚੇਂਜ ਹੋ ਸਕੇ ਤੇ ਆਕਸੀਜਨ ਸਾਡੇ ਸਰੀਰ ਦੇ ਅੰਦਰ ਜਾ ਸਕੇ। ਸੋ ਇਸ ਬੇਸਿਸ ਤੇ ਹੀ ਇਸਦੇ ਫੰਕਸ਼ਨ ਜਿਹੜੇ ਆ ਉਹ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਹੁੰਦੇ ਨੇ। ਪਰਮੇਬਿਲਿਟੀ ਨੂੰ ਪਾਰਗਮਾਨਤਾ ਕਹਿੰਦੇ ਨੇ। ਸੋ ਇਸ ਦੇ ਸਿੱਟੇ ਵਜੋਂ ਅਧਿਸ਼ਟ ਟਿਸ਼ੂ ਦੇ ਜਿਹੜੇ ਵਿਭਿੰਨ ਸੈੱਲ ਹੁੰਦੇ ਨੇ, ਉਸਦੀ ਜੋ ਪਾਰਗਮਾਨਤਾ ਹੁੰਦੀ ਹੈ ਉਹ ਸਰੀਰ ਦੇ ਵੱਖ-ਵੱਖ ਭਾਗਾਂ ਤੇ ਸਰੀਰ ਦੀ ਬਾਹਰਲੀ ਵਾਤਾਵਰਣ ਵਿੱਚ ਪਦਾਰਥਾਂ ਦੇ ਆਦਾਨ ਪ੍ਰਦਾਨ ਨੂੰ ਕੰਟਰੋਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸਾਰੇ ਕਿਸਮਾਂ ਦੇ ਅਧਿਸ਼ਟ ਟਿਸ਼ੂ ਨੂੰ ਇੱਕ ਰੇਸ਼ੇਦਾਰ ਆਧਾਰ ਝਿੱਲੀ ਹੇਠਲੇ ਟਿਸ਼ੂਆਂ ਤੋਂ ਵੱਖ ਕਰਦੀ ਹੈ। ਆਪਾਂ ਤੁਹਾਨੂੰ ਦੱਸਿਆ ਸੀ ਕਿ ਇਸਦੀ ਇੱਕ ਅੰਦਰ ਵਾਲੀ ਜਿਹੜੀ ਲੇਅਰ ਹੁੰਦੀ ਹੈ, ਅੰਦਰ ਵਾਲੀ ਜੋ ਪਰਤ ਹੁੰਦੀ ਹੈ, ਉਹ ਬੇਸਮੈਂਟ ਮੈਂਬਰੇਨ ਯਾਨੀ ਕਿ ਰੇਸ਼ੇਦਾਰ ਆਧਾਰ ਝਿੱਲੀ ਨਾਲ ਜੁੜੀ ਹੋਈ ਹੁੰਦੀ ਹੈ, ਜੋ ਇਸਨੂੰ ਹੇਠਲੇ ਟਿਸ਼ੂਆਂ ਤੋਂ ਅਲੱਗ ਕਰਦੀ ਹੈ। ਉਸਦੇ ਨੀਚੇ ਜਿਹੜੇ ਹੇਠਲੇ ਟਿਸ਼ੂ ਹੁੰਦੇ ਨੇ ਉਹਨਾਂ ਤੋਂ ਇਹ ਅਲੱਗ ਕਰਦੀ ਹੈ। ਹਾਂਜੀ, ਹੁਣ ਆਪਾਂ ਡਿਫਰੈਂਟ ਟਾਈਪਸ ਆਫ ਐਪੀਥੀਲੀਅਲ ਟਿਸ਼ੂ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਡਿਫਰੈਂਟ ਐਪੀਥੀਲੀਅਲ ਟਿਸ਼ੂ ਸ਼ੋਜ਼ ਡਿਫਰੈਂਟ ਸਟਰਕਚਰ। ਹਰ ਇੱਕ ਅਧਿਸ਼ਟ ਟਿਸ਼ੂ ਦਾ ਆਪਣਾ ਡਿਫਰੈਂਟ ਢਾਂਚਾ ਹੁੰਦਾ ਹੈ, ਡਿਫਰੈਂਟ ਬਣਤਰ ਹੁੰਦੀ ਹੈ, ਦੈਟ ਕੋਰਿਲੇਟ ਵਿਦ देयर ਯੂਨੀਕ ਫੰਕਸ਼ਨਸ, ਜੋ ਇਸ ਦੁਆਰਾ ਨਿਭਾਏ ਜਾਂਦੇ ਵੱਖ-ਵੱਖ ਕੰਮਾਂ ਨਾਲ ਇਸ ਨਾਲ ਜੁੜਿਆ ਹੁੰਦਾ ਹੈ। ਸੈਲਸ ਲਾਈਨਿੰਗ ਬਲੱਡ ਵੈਸਲਸ, ਲਹੂ ਵਹਿਣੀਆਂ ਦੇ ਸੈੱਲ, ਫੇਫੜੀਆਂ ਦੀ ਖੋੜਾਂ ਦੇ ਸੈੱਲ ਜਿਸ ਨੂੰ ਆਪਾਂ ਲੰਗਸ ਐਲਵੋਲਾਈ ਕਹਿੰਦੇ ਆ, ਫੇਫੜੀਆਂ ਦੀ ਖੋੜਾਂ ਦੇ ਸੈੱਲ ਕਿਸ ਤਰ੍ਹਾਂ ਦੇ ਹੁੰਦੇ ਨੇ? ਇੱਕ ਸਿੰਪਲ ਫਲੈਟ ਕਾਈਂਡ ਸਟਰਕਚਰ ਹੁੰਦੇ ਨੇ, ਮਤਲਬ ਫਲੈਟ ਹੁੰਦੇ ਨੇ। ਫਲੈਟ ਦਾ ਮਤਲਬ ਚਪਟੀ ਕਿਸਮ ਦੇ ਹੁੰਦੇ ਨੇ, ਇਸੇ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਸਿੰਪਲ ਸਕੁਐਮਸ ਐਪੀਥੀਲੀਅਲ, ਇਸੇ ਕਰਕੇ ਉਸਨੂੰ ਕਿਹਾ ਜਾਂਦਾ ਪੰਜਾਬੀ ਚ ਕਿਹਾ ਜਾਂਦਾ ਸਰਲ ਸਕੇਲੀ ਅਧਿਛਦ। ਸੋ ਵੱਖ-ਵੱਖ ਕਿਸਮਾਂ ਦੇ ਅਧਿਛਦ ਟਿਸ਼ੂ ਜਿਹੜੇ ਆ ਵੱਖ-ਵੱਖ ਸੰਰਚਨਾ ਦੇ ਹੁੰਦੇ ਨੇ, ਜਿਹੜੀ ਉਹਨਾਂ ਦੁਆਰਾ ਨਿਭਾਏ ਜਾਣ ਵਾਲੇ ਕੰਮਾਂ ਤੇ ਨਿਰਭਰ ਕਰਦੀ ਹੈ। ਲਹੂ ਵਹਿਣੀਆਂ ਦੇ ਸੈੱਲ ਦੀ ਅਗਰ ਆਪਾਂ ਗੱਲ ਕਰ ਲਈਏ ਤੇ ਫੇਫੜੇ ਦੀ ਖੋੜਾਂ ਦੇ ਸੈੱਲ ਦੀ ਗੱਲ ਕਰ ਲਈਏ, ਲਹੂ ਵਹਿਣੀਆਂ ਮਤਲਬ ਬਲੱਡ ਵੈਸਲਸ ਤੇ ਫੇਫੜੇ ਦੀ ਖੋੜਾਂ ਦੇ ਸੈੱਲ ਮਤਲਬ ਲੰਗਸ ਐਲਵੋਲਾਈ ਦੇ ਜਿਹੜੇ ਸੈੱਲ ਹੁੰਦੇ ਨੇ ਉਹ ਸਿੰਪਲ ਫਲੈਟ ਸੈੱਲਸ ਹੁੰਦੇ ਨੇ, ਜਿਸ ਦਾ ਮਤਲਬ ਹੈ ਉਹ ਸਰਲ ਚਪਟੀ ਕਿਸਮ ਦੇ ਅਧਿਛਦ ਟਿਸ਼ੂ ਹੁੰਦੇ ਨੇ, ਉਹਨਾਂ ਤੋਂ ਬਣੇ ਹੁੰਦੇ ਨੇ ਔਰ ਇਸੇ ਕਰਕੇ ਉਹਨਾਂ ਨੂੰ ਇੰਗਲਿਸ਼ ਕਹਿੰਦੇ ਆ ਸਿੰਪਲ ਸਕੁਐਮਸ ਐਪੀਥੀਲੀਅਲ। ਤੁਸੀਂ ਇੱਥੇ ਜਿਹੜੀ ਫੋਟੋ ਦੇਖ ਸਕਦੇ ਹੋ ਜੀ, ਉਹ ਫੋਟੋ ਸਕੁਐਮਸ ਦੀ, ਤੇ ਇਹਦੇ ਵਿੱਚ ਤੁਸੀਂ ਦੇਖੋ ਆ ਜਿਹੜੇ ਸੈੱਲ ਹੈਗੇ ਨੇ ਬਿਲਕੁਲ ਇੱਕ ਚਪਟੇ ਸਕੇਲ ਦੀ ਤਰ੍ਹਾਂ ਜਿਹੜੇ ਆ ਇਹਦੇ ਵਿੱਚ ਪਏ ਨੇ, ਲੰਬੇ ਨੇ ਤੇ ਚਪਟੇ ਨੇ। ਸਕੁਐਮਾ ਦਾ ਮੀਨਿੰਗ ਦਾ ਤੁਸੀਂ ਇੱਥੇ ਦੇਖ ਸਕਦੇ ਹੋ, ਸਕੁਐਮਾ ਮੀਨਸ ਹੁੰਦਾ ਸਕੇਲ ਆਫ ਸਕਿਨ, ਜੋ ਕਿ ਐਕਸਟ੍ਰੀਮਲੀ ਥਿਨ ਹੁੰਦੇ ਨੇ, ਫਲੈਟ ਹੁੰਦੇ ਨੇ ਤੇ ਨਾਲ ਹੀ ਡੈਲੀਕੇਟ ਲਾਈਨਿੰਗ ਫਾਰਮ ਕਰਦੇ ਨੇ। ਇਸਦਾ ਮਤਲਬ ਹੈ ਬਹੁਤ ਹੀ ਜ਼ਿਆਦਾ ਪਤਲੇ ਹੁੰਦੇ ਨੇ, ਚਪਟੇ ਹੁੰਦੇ ਨੇ ਤੇ ਬਹੁਤ ਹੀ ਬਰੀਕ ਤਹਿ ਬਣਾਉਂਦੇ ਨੇ। ਕਿੱਥੇ ਕਿੱਥੇ ਪਾਏ ਜਾਂਦੇ ਨੇ? ਜਿਹੜੇ ਬਰੀਕ ਤਹਿ ਬਣਾਉਂਦੇ ਨੇ, ਚਪਟੇ ਹੁੰਦੇ ਨੇ, ਆਪਾਂ ਨੇ ਤੁਹਾਨੂੰ ਦੱਸਿਆ ਕਿ ਉਹ ਕਿੱਥੇ ਕਿੱਥੇ ਪਾਏ ਜਾਂਦੇ ਆ। ਉਹ ਲਹੂ ਵਹਿਣੀਆਂ ਦੇ ਵਿੱਚ ਪਾਏ ਜਾਂਦੇ ਆ, ਫੇਫੜੇ ਦੀ ਖੋੜਾਂ ਦੇ ਵਿੱਚ ਪਾਏ ਜਾਂਦੇ ਆ, ਈਸੋਫੈਗਸ ਦੇ ਵਿੱਚ ਪਾਏ ਜਾਂਦੇ, ਲਾਈਨਿੰਗ ਆਫ ਦਾ ਮਾਊਥ, ਮੂੰਹ ਦੇ ਅੰਦਰਲੇ ਪਾਸੇ ਜੋ ਹੁੰਦੇ ਨੇ ਉੱਥੇ ਸਾਰੇ ਪਾਏ ਜਾਂਦੇ ਨੇ। ਇਸ ਕਰਕੇ ਇਹਨਾਂ ਨੂੰ ਸਿੰਪਲ ਸਕੁਐਮਸ ਐਪੀਥੀਲੀਅਲ ਕਿਹਾ ਜਾਂਦਾ ਹੈ, ਕਿਉਂਕਿ ਇਹ ਇੱਕ ਪਤਲੀ ਲੇਅਰ ਬਣਾਉਂਦੇ ਨੇ। ਸਿੰਪਲ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹਦੀ ਸਿਰਫ ਇੱਕ ਲੇਅਰ ਹੁੰਦੀ ਹੈ, ਇੱਕ ਤਹਿ ਹੁੰਦੀ ਹੈ ਤੇ ਇਹਨਾਂ ਦੇ ਸੈੱਲ ਚਪਟੇ ਹੁੰਦੇ ਨੇ, ਇਲੋਂਗੇਟਡ ਹੁੰਦੇ ਨੇ। ਇਹਨਾਂ ਦਾ ਕੰਮ ਕੀ ਹੁੰਦਾ? ਇਹਨਾਂ ਦਾ ਕੰਮ ਹੁੰਦਾ ਜੀ ਪ੍ਰੋਟੈਕਟ ਕਰਨਾ। ਜਿਹੜੇ ਵੀ ਔਰਗਨ ਦੇ ਬਾਹਰ ਇਹਨਾਂ ਦੀ ਲੇਅਰ ਹੁੰਦੀ ਹੈ, ਉਸ ਔਰਗਨ ਨੂੰ, ਉਸ ਅੰਗ ਨੂੰ ਪ੍ਰੋਟੈਕਟ ਕਰਨਾ ਇਹਨਾਂ ਦਾ ਕੰਮ ਹੁੰਦਾ। ਬਾਹਰਲੇ ਪਰਤ ਦੇ ਸੈੱਲ ਨੇ, ਬਾਹਰਲੇ ਪਰਤ ਦੇ ਟਿਸ਼ੂ ਹੈ, ਸੋ ਇਹਨਾਂ ਦਾ ਮੇਨ ਕੰਮ ਹੁੰਦਾ ਕਿ ਇਨਵਾਇਰਨਮੈਂਟ ਦੇ ਵਿੱਚੋਂ ਬੋਡੀ ਦੇ ਅੰਦਰ ਕੀ ਚੀਜ਼ ਆਏਗੀ, ਕੀ ਚੀਜ਼ ਨਹੀਂ ਆਏਗੀ, ਯਾਨੀ ਕਿ ਐਕਸਚੇਂਜ ਨੂੰ, ਆਦਾਨ ਪ੍ਰਦਾਨ ਨੂੰ ਇਹ ਕੰਟਰੋਲ ਕਰਦੇ ਨੇ। ਪਲੱਸ ਇਹ ਬੋਡੀ ਦੇ ਅੰਦਰ ਵੀ ਦੋ ਅੰਗਾਂ ਦੇ ਵਿਚਕਾਰ ਕਿਸ ਚੀਜ਼ ਦਾ ਆਦਾਨ ਪ੍ਰਦਾਨ ਹੋਏਗਾ ਉਸ ਚੀਜ਼ ਨੂੰ ਵੀ ਇਹ ਰੈਗੂਲੇਟ ਕਰਦੇ ਨੇ। ਨਾਲ ਹੀ ਇਹ ਫੂਡ ਤੇ ਨਿਊਟ੍ਰੀਐਂਟਸ ਨੂੰ ਐਬਜ਼ੋਰਬ ਕਰਕੇ ਰੱਖਦੇ ਨੇ। ਇਹਦੇ ਵਿੱਚ ਹੀ ਭੋਜਨ ਤੇ ਨਿਊਟ੍ਰੀਐਂਟਸ ਜਿਹੜੇ ਨੇ ਉਹ ਐਬਜ਼ੋਰਬ ਹੁੰਦੇ ਨੇ ਤੇ ਨਾਲ ਹੀ ਇਹਦੇ ਵਿੱਚ ਸਾਰੇ ਹਾਰਮੋਨਸ, ਸਲਾਈਵਾ, ਐਂਜ਼ਾਈਮ ਜਿਹੜੇ ਨੇ ਉਹ ਸਾਰੀ ਚੀਜ਼ਾਂ ਇਹਦੇ ਵਿੱਚ ਸਕਰੀਟ ਹੁੰਦੀਆਂ ਨੇ। ਇਹ ਸਾਰੇ ਕੈਮੀਕਲ ਜੋ ਸਾਡੇ ਬੋਡੀ ਦੇ ਹੁੰਦੇ ਨੇ ਉਹ ਇਸ ਪਰਤ ਦੇ ਵਿੱਚ ਸਕਰੀਟ ਹੁੰਦੇ ਨੇ, ਇਸ ਪਰਤ ਦੇ ਵਿੱਚ ਰਿਲੀਜ਼ ਹੁੰਦੇ ਨੇ। ਸੋ ਇਹ ਸਾਰੇ ਪੁਆਇੰਟ ਤੁਸੀਂ ਇਹਦੇ ਵਿੱਚ ਨੋਟ ਕਰ ਲਓ। ਉਸ ਤੋਂ ਬਾਅਦ ਆਪਾਂ ਕੀਤਾ ਜੀ ਸਿੰਪਲ ਸਕੁਐਮਸ ਐਪੀਥੀਲੀਅਲ, ਜਿਸ ਨੂੰ ਆਪਾਂ ਕਹਿੰਦੇ ਆ ਸਰਲ ਸਕੇਲੀ ਅਧਿਛਦ ਟਿਸ਼ੂ। ਅਗਰ ਇਹੀ ਜਿਹੜੇ ਟਿਸ਼ੂ ਹੈ ਅਗਰ ਤਹਿਾਂ ਦੇ ਵਿੱਚ ਹੋਣ, ਯਾਨੀ ਕਿ ਤਹਿਦਾਰ ਹੋਣ, ਇਹਦੇ ਵਿੱਚ ਕਈ ਲੇਅਰਸ ਇਹਦੇ ਵਿੱਚ ਮਿਲਣ ਆਪਾਂ ਨੂੰ, ਤਾਂ ਉਸੇ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਉਸੇ ਨੂੰ ਆਪਾਂ ਕਹਿ ਦਿੰਦੇ ਹਾਂ ਸਟ੍ਰੈਟੀਫਾਈਡ ਸਕੁਐਮਸ ਟਿਸ਼ੂ, ਜਿਸ ਨੂੰ ਪੰਜਾਬੀ ਚ ਕਹਿੰਦੇ ਨੇ ਤਹਿਦਰ ਸਕੇਲੀ ਅਧਿਛਦ ਟਿਸ਼ੂ। ਕਿਉਂਕਿ ਉਹਦੇ ਵਿੱਚ ਕੀ ਹੁੰਦਾ? ਫਿਰ ਤਹਿਾਂ ਲੱਗਦੀਆਂ ਨੇ, ਕਿਉਂਕਿ ਆਪਾਂ ਨੂੰ ਕਈ ਤਹਿਾਂ ਮਿਲਦੀਆਂ ਨੇ। ਹਾਂਜੀ, ਆਹ ਤੁਸੀਂ ਫੋਟੋ ਦੇਖ ਸਕਦੇ ਹੋ, ਇਹ ਜਿਹੜੀ ਆ ਸਟ੍ਰੈਟੀਫਾਈਡ ਸਕੁਐਮਸ ਯਾਨੀ ਕਿ ਤਹਿਦਰ ਸਕੇਲੀ ਅਧਿਛਦ ਟਿਸ਼ੂ ਦੀ ਹੈ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸੈੱਲਾਂ ਦੀ ਕਾਫੀ ਜਿਹੜੀਆਂ ਨੇ ਇਹਦੇ ਵਿੱਚ ਤਹਿਾਂ ਲੱਗੀਆਂ ਹੋਈਆਂ ਨੇ। ਇਸ ਤਰ੍ਹਾਂ ਇਹ ਕਾਫੀ ਤਹਿਾਂ ਤੋਂ ਮਿਲ ਕੇ ਜਿਹੜਾ ਇਹ ਪੂਰਾ ਟਿਸ਼ੂ ਬਣਿਆ ਹੋਇਆ, ਇਹਦੇ ਵਿੱਚ ਕਈ ਤਹਿਾਂ ਨੇ। ਸੋ ਇਸ ਕਰਕੇ ਇਸ ਨੂੰ ਸਟ੍ਰੈਟੀਫਾਈਡ ਸਕੁਐਮਸ ਟਿਸ਼ੂ ਜਾਂ ਤਹਿਦਰ ਸਕੇਲੀ ਅਧਿਛਦ ਟਿਸ਼ੂ ਕਿਹਾ ਜਾਂਦਾ ਹੈ। ਤੁਸੀਂ ਇਹਦੇ ਪੁਆਇੰਟਸ ਨੋਟ ਕਰ ਲਓ। ਮਲਟੀਪਲ ਲੇਅਰ ਆਫ ਸਕਿਨ ਹੁੰਦੀ ਹੈ, ਤੁਸੀਂ ਦੇਖ ਹੀ ਸਕਦੇ ਹੋ ਕਿੰਨੀਆਂ ਹੀ ਲੇਅਰਸ ਨੂੰ ਮਿਲ ਕੇ ਇਹ ਪੂਰੀ ਜਿਹੜੀ ਹੈ ਟਿਸ਼ੂ ਬਣਿਆ ਹੋਇਆ।
ਇਹ ਜ਼ਿਆਦਾ ਬੈਟਰ ਪ੍ਰੋਟੈਕਸ਼ਨ ਹੈ। ਜਿੱਥੇ ਵੀ ਜ਼ਿਆਦਾ ਪ੍ਰੋਟੈਕਸ਼ਨ ਦੀ ਬੋਡੀ ਦੇ ਵਿੱਚ ਜਿਹੜੇ ਵੀ ਅੰਗ ਨੂੰ ਜ਼ਿਆਦਾ ਪ੍ਰੋਟੈਕਸ਼ਨ ਦੀ ਜ਼ਰੂਰਤ ਹੈ ਉੱਥੇ ਸਾਨੂੰ ਸਟ੍ਰੈਟੀਫਾਈਡ ਸਕੁਐਮਸ ਐਪੀਥੀਲੀਅਲ ਤਹਿਦਰ ਸਕੇਲੀ ਅਧਿਸ਼ਟ ਟਿਸ਼ੂ ਮਿਲਦਾ ਹੈ। ਅਗਰ ਆਪਾਂ ਸਟ੍ਰੈਟੀਫਾਈਡ ਸਕੁਐਮਸ ਐਪੀਥੀਲੀਅਲ ਟਿਸ਼ੂ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਜਿਹੜੇ ਸੈੱਲ ਹੁੰਦੇ ਨੇ ਉਹ ਵੀ ਫਲੈਟ ਹੁੰਦੇ ਨੇ। ਸਕੁਐਮਸ ਦਾ ਮਤਲਬ ਹੀ ਹੈ ਫਲੈਟ, ਤਾਂ ਜਿੱਥੇ ਸਾਨੂੰ ਫਲੈਟ ਸੈੱਲ ਮਿਲਣਗੇ ਉੱਥੇ ਉਹ ਸਕੁਐਮਸ ਸੈੱਲ ਹੋਣਗੇ ਤੇ ਜ਼ਿਆਦਾ ਇਹ ਸਕਿਨ ਦੇ ਵਿੱਚ ਪਾਏ ਜਾਂਦੇ ਨੇ ਤਾਂ ਕਿ ਸਕਿਨ ਜਿਹੜੀ ਹੈ ਉਹ ਜਲਦੀ ਉਸਦੇ ਵੀਅਰ ਐਂਡ ਟੀਅਰ ਨਾ ਹੋਵੇ, ਉਸਦੇ ਵਿੱਚ ਕੋਈ ਵੀ ਟੁੱਟ ਭੱਜ ਨਾ ਹੋਵੇ, ਕਿਉਂਕਿ ਸਕਿਨ ਦੇ ਵਿੱਚ ਟੁੱਟ ਭੱਜ ਹੁੰਦੀ ਹੈ ਤਾਂ ਅੰਦਰਲੇ ਅੰਗਾਂ ਨੂੰ ਖਤਰਾ ਹੋ ਜਾਂਦਾ ਹੈ। ਸੋ ਸਕਿਨ ਦੀ ਟੁੱਟ ਭੱਜ ਤੋਂ ਬਚਾਉਣ ਲਈ ਉੱਥੇ ਸਰੀਰ ਦੇ ਵਿੱਚ ਸਟ੍ਰੈਟੀਫਾਈਡ ਸਕੁਐਮਸ ਐਪੀਥੀਲੀਅਲ ਟਿਸ਼ੂ ਪਾਇਆ ਜਾਂਦਾ ਹੈ ਤਾਂ ਕਿ ਉਸਨੂੰ ਐਕਸਟਰਾ ਪ੍ਰੋਟੈਕਸ਼ਨ ਮਿਲ ਸਕੇ। ਆਈ ਥਿੰਕ ਤੁਹਾਨੂੰ ਦੋਨੋਂ ਜਿਹੜੀਆਂ ਇਹਦੀ ਟਾਈਪਸ ਉਹ ਕਲੀਅਰ ਹੋ ਗਈਆਂ ਹੋਣਗੀਆਂ, ਸਿੰਪਲ ਸਕੁਐਮਸ ਟਿਸ਼ੂ ਦੀਆਂ ਤੇ ਨਾਲ ਹੀ ਸਟ੍ਰੈਟੀਫਾਈਡ ਸਕੁਐਮਸ ਟਿਸ਼ੂ ਦੀਆਂ। ਸਿੰਪਲ ਦੀ ਗੱਲ ਕਰ ਲਈਏ ਸਰਲ ਸਕੇਲੀ ਟਿਸ਼ੂ ਤੇ ਸਟ੍ਰੈਟੀਫਾਈਡ ਦੀ ਗੱਲ ਕਰ ਲਈਏ ਤਾਂ ਤਹਿਦਰ ਸਕੇਲੀ ਅਧਿਸ਼ਟ ਟਿਸ਼ੂ। ਹੁਣ ਇਹਦੇ ਵਿੱਚ ਗੱਲ ਕਰਦੇ ਹਾਂ ਆਪਾਂ ਕਿਊਬੋਇਡਲ ਤੇ ਕੋਲੂਮਨਰ ਟਿਸ਼ੂ। ਕੋਲੂਮਨਰ ਨੂੰ ਅਗਰ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਪੰਜਾਬੀ 'ਚ ਇਸ ਨੂੰ ਕਹਿੰਦੇ ਨੇ ਕਾਲਮ, ਯਾਨੀ ਥੰਮ ਵਰਗੇ ਦਿਖਾਈ ਦਿੰਦੇ ਨੇ ਕਾਲਮ ਅਧਿਸ਼ਟ ਟਿਸ਼ੂ, ਤੇ ਦੂਸਰੇ ਹੁੰਦੇ ਨੇ ਕਿਊਬੋਇਡਲ ਯਾਨੀ ਕਿ ਘਨਾਕਾਰ ਅਧਿਸ਼ਟ ਟਿਸ਼ੂ। ਇਸ ਦੇ ਵਿੱਚ ਜਿਹੜੇ ਸੈੱਲ ਹੁੰਦੇ ਨੇ ਉਹ ਘਨਾਕਾਰ ਆਕਾਰ ਦੇ ਹੁੰਦੇ ਨੇ। ਹਾਂਜੀ, ਇਹ ਰਹੀ ਜੀ ਫੋਟੋ, ਇਹ ਹੈਗੀ ਕਿਊਬੋਇਡਲ ਦੀ ਜਿਹਦੇ ਵਿੱਚ ਕਿਊਬ ਦੀ ਤਰ੍ਹਾਂ ਘਨਾਕਾਰ ਦੀ ਸ਼ੇਪ ਦੇ ਵਿੱਚ ਸਾਰੇ ਸੈੱਲ ਨੇ। ਤੁਸੀਂ ਦੇਖ ਸਕਦੇ ਹੋ ਆਹ ਜਿਹੜੇ ਹੈਗੇ ਨੇ ਸੈੱਲ ਇੱਕ ਘਨ ਦੇ ਆਕਾਰ ਦੇ ਵਿੱਚ ਸੈੱਲ ਹੈਗੇ, ਇਹਦੇ ਵਿੱਚ ਸਾਰੇ ਲੱਗੇ ਹੋਏ ਤੇਹਾਂ ਦੇ ਰੂਪ ਵਿੱਚ ਲੱਗੇ ਹੋਏ ਨੇ। ਤੇ ਉਸੇ ਤਰ੍ਹਾਂ ਨੀਚੇ ਤੁਸੀਂ ਦੇਖ ਸਕਦੇ ਹੋ ਕੋਲੂਮਨਰ, ਤੇ ਕੋਲੂਮਨਰ ਦੇ ਵਿੱਚ ਇੱਕ ਕੋਲਮ ਦੀ ਤਰ੍ਹਾਂ ਬਿਲਕੁਲ ਲੰਬੇ ਲੰਬੇ ਥੰਬ ਦੀ ਤਰ੍ਹਾਂ ਇਹਦੇ ਵਿੱਚ ਜਿਹੜੇ ਸੈੱਲ ਲੱਗੇ ਹੋਏ ਨੇ। ਇਹ ਸਾਰੇ ਬਾਹਰਲੀ ਪਰਤ ਦੇ ਸੈੱਲ ਨੇ, ਅਧਿਸ਼ਟ ਟਿਸ਼ੂ ਨੇ ਇਹ ਸਾਰੇ। ਜੋ ਬਾਹਰਲੀ ਪਰਤ ਹੁੰਦੀ ਹੈ ਕਿਸੇ ਵੀ ਅੰਗ ਦੀ, ਕਿਸੇ ਵੀ ਸਰੀਰ ਦੀ ਜੋ ਬਾਹਰਲੀ ਪਰਤ ਹੈਗੀ ਆ ਉਹਦੇ ਵਿੱਚ ਇਹ ਸੈੱਲ ਲੱਗੇ ਹੁੰਦੇ ਨੇ। ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀਤਾ ਸਿੰਪਲ ਸਕੁਐਮਸ ਸਰਲ ਸਕੇਲੀ ਅਧਿਸ਼ਟ ਟਿਸ਼ੂ, ਦੂਸਰਾ ਹੁੰਦਾ ਜੀ ਸਟ੍ਰੈਟੀਫਾਈਡ ਜਿਸਦਾ ਮਤਲਬ ਹੈ ਤਹਿਦਰ ਸਕੇਲੀ ਅਧਿਸ਼ਟ ਟਿਸ਼ੂ। ਉਸ ਤੋਂ ਬਾਅਦ ਆਪਾਂ ਕੀਤਾ ਕੋਲੂਮਨਰ ਦਾ ਮਤਲਬ ਇਸ ਦੇ ਵਿੱਚ ਸੈੱਲ ਜਿਹੜੇ ਆ ਉਹ ਥੰਮ ਦੇ ਆਕਾਰ ਵਾਂਗੂ ਲੰਬੇ ਜਿਹੜੇ ਸੈੱਲ ਇਹਦੇ ਵਿੱਚ ਲੱਗੇ ਹੁੰਦੇ ਨੇ। ਕਿਊਬੋਇਡਲ ਦੇ ਵਿੱਚ ਘਨਾਕਾਰ ਅਧਿਸ਼ਟ ਟਿਸ਼ੂ ਜਿਹਦੇ ਵਿੱਚ ਸੈੱਲ ਜਿਹੜੇ ਆ ਘਨਾਕਾਰ ਆਕਾਰ ਦੇ ਲੱਗੇ ਹੁੰਦੇ ਨੇ। ਕੰਮ ਇਹਨਾਂ ਸਾਰਿਆਂ ਦਾ ਕੀ ਹੈ ਜੀ, ਬਾਹਰਲੀ ਪਰਤ ਹੈਗੀ ਨੇ ਪ੍ਰੋਟੈਕਟ ਕਰਨਾ ਇਹਨਾਂ ਦਾ ਕੰਮ ਹੈ, ਆਦਾਨ ਪ੍ਰਦਾਨ ਨੂੰ ਜਿਹੜਾ ਕੰਟਰੋਲ ਕਰਨਾ ਇਹਨਾਂ ਦਾ ਕੰਮ ਹੈ, ਪਲੱਸ ਸਾਰੇ ਅੰਗਾਂ ਨੂੰ ਤੇ ਜਿਹੜੇ ਸਰੀਰ ਦੇ ਵਿੱਚ ਖੋੜਾਂ ਨੇ ਉਹਨਾਂ ਸਾਰਿਆਂ ਨੂੰ ਢੱਕ ਕੇ ਰੱਖਣਾ ਇਹਨਾਂ ਦਾ ਕੰਮ ਹੈ, ਤੇ ਜਿੰਨੇ ਵੀ ਅੰਗ ਪ੍ਰਣਾਲੀਆਂ ਨੇ ਉਹਨਾਂ ਨੂੰ ਆਪਸ ਦੇ ਵਿੱਚ ਵੱਖ ਰੱਖਣਾ ਇਹਨਾਂ ਦਾ ਕੰਮ ਹੈ। ਅਗਰ ਤੁਸੀਂ ਕਿਊਬੋਇਡਲ ਯਾਨੀ ਕਿ ਘਨਾਕਾਰ ਦੀ ਗੱਲ ਕਰ ਲਓ, ਇਹ ਵਾਲੇ ਦੀ ਗੱਲ ਕਰ ਲਓ ਘਨਾਕਾਰ ਦੀ, ਤਾਂ ਇਹ ਕਿੱਥੇ ਕਿੱਥੇ ਪਾਇਆ ਜਾਂਦਾ ਹੈ? ਕਿਡਨੀ ਦੀ ਟਿਊਬ ਦੇ ਵਿੱਚ ਪਾਇਆ ਜਾਂਦਾ ਹੈ ਤੇ ਸਲਾਈਵਰੀ ਗਲੈਂਡਸ ਦੇ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਨੋਟ ਕਰ ਲਓ ਨੋਟਬੁੱਕ ਤੇ, ਕਿਡਨੀ ਟਿਊਬ ਦੇ ਵਿੱਚ ਪਾਇਆ ਜਾਂਦਾ ਹੈ ਤੇ ਨਾਲ ਹੀ ਸਲਾਈਵਰੀ ਗਲੈਂਡਸ ਦੇ ਵਿੱਚ ਪਾਇਆ ਜਾਂਦਾ ਹੈ। ਤੇ ਮੇਨ ਇਹਨਾਂ ਦਾ ਕੰਮ ਸਕਰੀਸ਼ਨ ਨੂੰ ਤੇ ਅਬਜ਼ੌਰਪਸ਼ਨ ਦੇ ਵਿੱਚ ਹੈਲਪ ਕਰਨਾ ਹੈ। ਸਕਰੀਸ਼ਨ ਤੇ ਅਬਜ਼ੌਰਪਸ਼ਨ, ਸਕਰੀਸ਼ਨ ਹੁੰਦਾ ਜਿਵੇਂ ਵੀ ਸਾਡੀ ਬੋਡੀ ਦੇ ਵਿੱਚ ਜੋ ਕੁਝ ਵੀ ਸਕਰੀਟ ਹੁੰਦਾ ਛੱਡਿਆ ਜਾਂਦਾ ਹੈ, ਚਾਹੇ ਉਹ ਹਾਰਮੋਨਸ ਹੋਣ, ਸਲਾਈਵਾ ਹੋਵੇ, ਐਂਜ਼ਾਈਮਸ ਹੋਵੇ, ਉਹਨਾਂ ਸਭ ਸਕਰੀਸ਼ਨ ਦੇ ਵਿੱਚ ਤੇ ਅਬਜ਼ੌਰਪਸ਼ਨ ਦੇ ਵਿੱਚ ਫੂਡ ਨੂੰ, ਨਿਊਟ੍ਰੀਐਂਟਸ ਨੂੰ ਅਬਜ਼ੌਰਬ ਕਰਨ ਦੇ ਵਿੱਚ ਹੈਲਪ ਕਰਦਾ ਹੈ। ਔਰ ਅਗਰ ਕੋਲੂਮਨਰ ਦੀ ਗੱਲ ਕਰ ਲਈ ਆਪਾਂ, ਇਹ ਵਾਲੇ ਕੋਲੂਮਨਰ ਐਪੀਥੀਲੀਅਲ ਟਿਸ਼ੂ ਦੀ, ਤਾਂ ਇਹ ਕਿੱਥੇ ਕਿੱਥੇ ਪਾਇਆ ਜਾਂਦਾ ਹੈ? ਇਹ ਸਾਡੇ ਇੰਟੈਸਟਾਈਨ ਜੋ ਸਾਡੇ ਅੰਦਰ ਅੰਤੜਾਂ ਹੁੰਦੀਆਂ ਨੇ ਉਹਨਾਂ ਦੀ ਇਨਰ ਲਾਈਨਿੰਗ ਦੇ ਵਿੱਚ, ਉਹਨਾਂ ਦੇ ਅੰਦਰਲੇ ਪਾਸੇ ਇਹ ਟਿਸ਼ੂ ਪਾਇਆ ਜਾਂਦਾ ਹੈ, ਕਿਉਂਕਿ ਇਹ ਬਹੁਤ ਜ਼ਿਆਦਾ ਪ੍ਰੋਟੈਕਸ਼ਨ ਦੇਣ ਲਈ ਕੰਮ ਕਰਦਾ ਹੈ। ਇਹਦੇ ਵਿੱਚ ਜੋ ਸੈੱਲ ਹੁੰਦੇ ਨੇ ਉਹ ਪਿਲਰ ਲਾਈਕ ਹੁੰਦੇ ਨੇ, ਜਿਵੇਂ ਪਿਲਰ ਹੁੰਦੇ ਨੇ, ਲੰਬੇ ਥੰਮ ਹੁੰਦੇ ਨੇ, ਉੱਦਾਂ ਇਹਨਾਂ ਦੇ ਵਿੱਚ ਸੈੱਲ ਹੁੰਦੇ ਨੇ ਤੇ ਇਹ ਜ਼ਿਆਦਾ ਪ੍ਰੋਟੈਕਸ਼ਨ ਕਰਦੇ ਨੇ। ਸੋ ਇਸ ਕਰਕੇ ਅੰਤੜੀਆਂ ਦੇ ਅੰਦਰਲੇ ਪਾਸੇ ਜਿਹੜੇ ਇਹ ਸੈੱਲ, ਇਹ ਟਿਸ਼ੂ ਪਾਏ ਜਾਂਦੇ ਨੇ। ਸਿਲੀਏਟਡ ਹੁੰਦੇ ਨੇ, ਸਿਲੀਏਟਡ ਦਾ ਮਤਲਬ ਇਹਨਾਂ ਦੇ ਪਿੱਛੇ ਹੇਅਰ ਲਾਈਕ ਸਟਰਕਚਰ ਹੁੰਦਾ ਹੈ, ਪੰਜਾਬੀ ਦੇ ਵਿੱਚ ਵੀ ਇਸ ਨੂੰ ਸਿਲੀਆਮੀ ਹੀ ਕਹਿੰਦੇ। ਤੇ ਨੱਕ ਦੇ ਅੰਦਰਲੇ ਪਾਸੇ ਜਾਂ ਗਲੇ ਦੇ ਅੰਦਰਲੇ ਪਾਸੇ ਵੀ ਤੁਹਾਨੂੰ ਇਹ ਜਿਹੜੇ ਸੈੱਲ ਆ ਉਹ ਪਾਏ ਜਾਂਦੇ ਨੇ, ਕਿਉਂਕਿ ਨੱਕ ਦੇ ਵਿੱਚ ਜੋ ਮਿਊਕਸ ਹੁੰਦਾ ਜਿਸ ਨੂੰ ਬਲਗਮ ਕਿਹਾ ਜਾਂਦਾ ਹੈ ਉਸਨੂੰ ਇਹ ਸਾਫ਼ ਕਰਨ ਦੇ ਵਿੱਚ ਹੈਲਪ ਕਰਦੇ ਨੇ। ਸੋ ਉੱਥੇ ਜ਼ਿਆਦਾ ਪ੍ਰੋਟੈਕਸ਼ਨ ਦੀ ਜ਼ਰੂਰਤ ਹੁੰਦੀ ਹੈ, ਉੱਥੇ ਸਾਨੂੰ ਇਹ ਕੋਲੂਮਨਰ ਐਪੀਥੀਲੀਅਲ ਟਿਸ਼ੂ ਜਿਹੜਾ ਉਹ ਮਿਲਦੇ ਨੇ। ਸੋ ਕੋਲੂਮਨਰ ਐਪੀਥੀਲੀਅਲ ਟਿਸ਼ੂ ਅੰਤੜੀਆਂ ਦੇ ਅੰਦਰਲੇ ਪਾਸੇ, ਨੱਕ ਦੇ ਅੰਦਰਲੇ ਪਾਸੇ ਤੇ ਗਲੇ ਦੇ ਅੰਦਰਲੇ ਪਾਸੇ ਪਾਏ ਜਾਂਦੇ ਨੇ। ਕਿਊਬੋਇਡਲ ਟਿਸ਼ੂ, ਕਿਊਬੋਇਡਲ ਕਿੱਥੇ ਪਾਏ ਜਾਂਦੇ ਆ? ਕਿਡਨੀ ਟਿਊਬਸ ਦੇ ਵਿੱਚ ਪਾਏ ਜਾਂਦੇ, ਸਲੈਵਰੀ ਗਲੈਂਡਸ ਦੇ ਜੋ ਡਕਟਸ ਹੁੰਦੇ ਨੇ ਉੱਥੇ ਇਹ ਪਾਏ ਜਾਂਦੇ ਨੇ। ਔਰ ਅਗਰ ਆਪਾਂ ਸਿੰਪਲ ਸਕੁਐਮਸ ਦੀ ਗੱਲ ਕਰ ਲਈਏ ਤਾਂ ਸਿੰਪਲ ਸਕੁਐਮਸ ਕਿੱਥੇ ਕਿੱਥੇ ਪਾਇਆ ਜਾਂਦਾ ਹੈ? ਤਾਂ ਇਹ ਮੂੰਹ ਦੇ ਅੰਦਰਲੇ ਪਾਸੇ ਪਾਏ ਜਾਂਦੇ ਨੇ, ਭੋਜਨ ਲੜੀ ਦੇ ਵਿੱਚ ਪਾਏ ਜਾਂਦੇ ਨੇ, ਦਿਲ ਦੇ ਵਿੱਚ ਪਾਏ ਜਾਂਦੇ ਨੇ ਤੇ ਫੇਫੜਿਆਂ ਦੇ ਵਿੱਚ ਪਾਏ ਜਾਂਦੇ ਨੇ। ਉੱਥੇ ਅਗਰ ਆਪਾਂ ਸਟ੍ਰੈਟੀਫਾਈਡ ਯਾਨੀ ਕਿ ਤਹਿਦਰ ਸਕੇਲੀ ਟਿਸ਼ੂ ਦੀ ਗੱਲ ਕਰ ਲਈਏ ਤਾਂ ਉਹ ਕਿੱਥੇ ਕਿੱਥੇ ਪਾਇਆ ਜਾਂਦਾ ਹੈ? ਤਾਂ ਉਹ ਸਵੈਟ ਗਲੈਂਡਸ ਦੇ ਵਿੱਚ ਪਾਇਆ ਜਾਂਦਾ ਹੈ, ਸਕਿਨ ਦੇ ਵਿੱਚ ਪਾਇਆ ਜਾਂਦਾ ਹੈ। ਇਹਦੇ ਵਿੱਚ ਕੋਈ ਵੀ ਬਲੱਡ ਵੈਸਲ ਵੀ ਨਹੀਂ ਹੁੰਦੀ, ਇਹ ਚੀਜ਼ ਤੁਸੀਂ ਯਾਦ ਰੱਖਿਓ। ਇਹਨਾਂ ਟਿਸ਼ੂਆਂ ਦੇ ਅੰਦਰ ਕੋਈ ਵੀ ਬਲੱਡ ਵੈਸਲ ਨਹੀਂ ਹੁੰਦੀ, ਕਾਫੀ ਇੰਪੋਰਟੈਂਟ ਪੁਆਇੰਟ ਹੈ, ਇਸ ਨੂੰ ਨੋਟਬੁੱਕ ਤੇ ਨੋਟ ਕਰ ਲਓ। ਇਹਨਾਂ ਟਿਸ਼ੂਆਂ ਦੇ ਵਿੱਚ ਕੋਈ ਵੀ ਬਲੱਡ ਵੈਸਲ ਨਹੀਂ ਹੁੰਦੀ। ਅਗਰ ਆਪਾਂ ਟਾਈਪ ਦੀ ਗੱਲ ਕਰ ਲਈਏ ਤਾਂ ਤੁਸੀਂ ਨੀਚੇ ਦੇਖ ਸਕਦੇ ਹੋ ਸਿੰਪਲ ਸਕੁਐਮਸ ਐਪੀਥੀਲੀਅਲ ਟਿਸ਼ੂ, ਇਹ ਆਪਾਂ ਕਰ ਚੁੱਕੇ ਹਾਂ, ਜਿਸ ਨੂੰ ਸਰਲ ਸਕੇਲੀ ਅਧਿਸ਼ਟ ਟਿਸ਼ੂ ਕਿਹਾ ਜਾਂਦਾ ਹੈ। ਦੂਸਰਾ ਹੈ ਜੀ ਸਟ੍ਰੈਟੀਫਾਈਡ, ਜੋ ਕਿ ਤੇਹਾਂ ਦੇ ਵਿੱਚ ਕਈ ਲੇਅਰਸ ਹੁੰਦੀਆਂ ਨੇ ਇਹਦੇ ਵਿੱਚ, ਜਿਸ ਨੂੰ ਆਪਾਂ ਤਹਿਦਰ ਸਕੇਲੀ ਅਧਿਸ਼ਟ ਟਿਸ਼ੂ ਕਹਿੰਦੇ ਹਾਂ। ਉਸ ਤੋਂ ਬਾਅਦ ਆਪਾਂ ਕੀਤਾ ਕੋਲੂਮਨਰ ਦਾ ਮਤਲਬ ਜਿਹਦੇ ਵਿੱਚ ਥੰਬ ਲਾਈਕ ਇੱਕ ਥੰਬ ਦੀ ਤਰ੍ਹਾਂ ਜਿਹੜੇ ਸੈੱਲ ਆ ਉਹ ਲੱਗੇ ਹੋਏ ਹੁੰਦੇ ਨੇ ਤੇ ਜ਼ਿਆਦਾ ਪ੍ਰੋਟੈਕਸ਼ਨ ਦੇ ਲਈ ਇਹ ਯੂਜ਼ ਹੁੰਦੇ ਨੇ। ਸਿਲੀਏਟਡ ਆਪਾਂ ਤੁਹਾਨੂੰ ਦੱਸਿਆ ਜਿਹਦੇ ਵਿੱਚ ਸੀਲੀਆਜ਼ ਹੁੰਦੇ ਨੇ, ਹੇਅਰ ਲਾਈਕ ਸਟਰਕਚਰ ਜਿਹੜਾ ਉਹਦੇ ਵਿੱਚ ਲੱਗਿਆ ਹੁੰਦਾ ਹੈ। ਕਿਊਬੋਇਡਲ ਘਨਾਕਾਰ, ਜਿਹਦੇ ਵਿੱਚ ਸੈੱਲ ਘਨਾਕਾਰ ਆਕਾਰ ਦੇ ਹੁੰਦੇ ਨੇ ਤੇ ਕਿੱਥੇ ਕਿੱਥੇ ਪਾਏ ਜਾਂਦੇ ਨੇ ਉਹ ਵੀ ਆਪਾਂ ਤੁਹਾਨੂੰ ਦੱਸਿਆ। ਬਾਅਦ ਹੈਗਾ ਜੀ ਗਲੈਂਡੂਲਰ ਐਪੀਥੀਲੀਅਲ ਟਿਸ਼ੂ, ਜਿਹੜਾ ਕਿ ਗਲੈਂਡਸ ਦੇ ਵਿੱਚ ਪਾਇਆ ਜਾਂਦਾ ਹੈ। ਸੋ ਇਹ ਸੀ ਐਪੀਥੀਲੀਅਲ ਟਿਸ਼ੂ, ਅਧਿਸ਼ਟ ਟਿਸ਼ੂ, ਜੋ ਕਿ ਕਿਸੇ ਵੀ ਬਾਹਰਲੀ ਪਰਤ ਦੀ ਟਿਸ਼ੂ ਨੇ। ਦੂਸਰਾ ਇਸ ਤੋਂ ਬਾਅਦ ਆ ਜਾਂਦਾ ਜੀ ਮਸਕੂਲਰ ਟਿਸ਼ੂ, ਜਿਸ ਨੂੰ ਮਾਸਪੇਸ਼ੀ ਟਿਸ਼ੂ ਕਿਹਾ ਜਾਂਦਾ ਹੈ। ਹੁਣ ਇਸ ਦੇ ਬਾਰੇ ਪੜ੍ਹਦੇ ਹਾਂ। ਸੋ ਨੈਕਸਟ ਆਪਾਂ ਪੜ੍ਹਨ ਲੱਗੇ ਜੀ ਮਸਕੂਲਰ ਟਿਸ਼ੂ, ਜਿਸ ਨੂੰ ਪੰਜਾਬੀ ਵਿੱਚ ਮਾਸਪੇਸ਼ੀ ਟਿਸ਼ੂ ਵੀ ਕਿਹਾ ਜਾਂਦਾ ਹੈ। ਇਹ ਟਿਸ਼ੂ ਕਿਸ ਚੀਜ਼ ਦੇ ਲਈ ਰਿਸਪੌਂਸੀਬਲ ਹੈ, ਕਿੱਥੇ ਕੰਮ ਆਉਂਦਾ ਹੈ? ਬੋਡੀ ਦੇ ਵਿੱਚ ਗਤੀ ਲੈ ਕੇ ਆਉਣ ਲਈ ਕੰਮ ਆਉਂਦਾ ਹੈ, ਮੂਵਮੈਂਟ ਇਨ ਦਾ ਬੋਡੀ ਦੇ ਲਈ ਇਹ ਰਿਸਪੌਂਸੀਬਲ ਹੈ। ਕਿਸ ਤਰ੍ਹਾਂ ਮੂਵਮੈਂਟ ਹੁੰਦੀ ਹੈ? ਮਸਲ ਟਿਸ਼ੂ ਦੇ ਵਿੱਚ, ਮਾਸਪੇਸ਼ੀ ਟਿਸ਼ੂ ਦੇ ਵਿੱਚ ਮਸਕੂਲਰ ਫਾਈਬਰਸ ਵੀ ਪਾਏ ਜਾਂਦੇ ਹਨ, ਜਿਸ ਨੂੰ
ਪੇਸ਼ੀ ਰੇਸ਼ੇ ਕਿਹਾ ਜਾਂਦਾ ਹੈ। ਇਸ ਦੇ ਵਿੱਚ ਇੱਕ ਖਾਸ ਪ੍ਰੋਟੀਨ ਹੁੰਦਾ ਹੈ ਜਿਸ ਦਾ ਨਾਮ ਕੰਟਰੈਕਟਾਈਲ ਪ੍ਰੋਟੀਨ, ਪੰਜਾਬੀ ਵਿੱਚ ਸੁੰਗੜਨਸ਼ੀਲ ਪ੍ਰੋਟੀਨ ਕਿਹਾ ਜਾਂਦਾ ਹੈ। ਇਸ ਦਾ ਕੰਮ ਕੀ ਹੈ ਕਿ ਮਾਸਪੇਸ਼ੀਆਂ ਨੂੰ ਕੰਟਰੈਕਟ ਤੇ ਰਿਲੈਕਸ ਕਰਨ ਦਾ ਕੰਮ ਹੈਗਾ ਇਸ ਦੇ ਵਿੱਚ, ਤਾਂ ਕਿ ਮਾਸਪੇਸ਼ੀਆਂ ਸੁੰਗੜ ਸਕਣ ਤੇ ਫੈਲ ਸਕਣ, ਤੇ ਮਾਸਪੇਸ਼ੀਆਂ ਦਾ ਸੁੰਗੜਨਾ ਤੇ ਫੈਲਣਾ, ਇਸੇ ਨਾਲ ਹੀ ਸਰੀਰ ਦੇ ਵਿੱਚ ਗਤੀ ਆਉਂਦੀ ਹੈ। ਹੁਣ ਮਸਲ ਟਿਸ਼ੂ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਇਹਦੀਆਂ 3 ਟਾਈਪਸ ਹੁੰਦੀਆਂ ਨੇ। ਟਾਈਪਸ ਨੂੰ ਧਿਆਨ ਨਾਲ ਸੁਣੋ ਤੇ ਨੋਟਬੁੱਕ ਤੇ ਤੁਸੀਂ ਨੋਟ ਕਰ ਸਕਦੇ ਹੋ। ਪਹਿਲੀ ਟਾਈਪ ਹੈਗੀ ਹੈ ਜੀ ਵੋਲੈਂਟਰੀ ਮਸਲਸ, ਜਿਹਨੂੰ ਅਸੀਂ ਕਹਿੰਦੇ ਹਾਂ ਸਵੈਚਿਤ ਮਾਸਪੇਸ਼ੀਆਂ, ਇਹ ਰਿਹਾ ਜੀ, ਤੁਸੀਂ ਇੱਥੇ ਸਪੈਲਿੰਗ ਵੀ ਦੇਖ ਸਕਦੇ ਹੋ। ਦੂਸਰੀ ਹੈਗੀ ਜੀ ਇਨਵੋਲੈਂਟਰੀ ਮਸਲਸ, ਜਿਸ ਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਅਨਿਸ਼ਚਿਤ ਮਾਸਪੇਸ਼ੀਆਂ, ਤੇ ਤੀਸਰੀ ਹੁੰਦੀਆਂ ਜੀ ਕਾਰਡਿਕ ਮਸਲਸ, ਜਿਸ ਨੂੰ ਆਪਾਂ ਕਹਿੰਦੇ ਹਾਂ ਦਿਲ ਦੀਆਂ ਮਾਸਪੇਸ਼ੀਆਂ। ਸੋ ਇਹਨਾਂ ਤਿੰਨਾਂ ਦੇ ਪੁਆਇੰਟਸ ਤੁਸੀਂ ਨੋਟ ਕਰ ਲਓ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ ਵੋਲੈਂਟਰੀ ਮਸਲ, ਉਹਨਾਂ ਨੂੰ ਸਕੈਲੇਟਲ ਮਸਲਸ ਵੀ ਕਿਹਾ ਜਾਂਦਾ ਹੈ। ਸਕੈਲੇਟਲ ਦਾ ਮਤਲਬ ਹੈ ਪਿੰਜਰ ਮਾਸਪੇਸ਼ੀਆਂ, ਕਿਉਂਕਿ ਇਹ ਸਾਡੇ ਪਿੰਜਰ ਦੇ ਨਾਲ ਅਟੈਚਡ ਹੁੰਦੀਆਂ ਨੇ, ਤੇ ਇਸ ਤੋਂ ਇਲਾਵਾ ਇਹਨਾਂ ਨੂੰ ਸਟ੍ਰੈਟੀਫਾਈਡ ਮਸਲਸ ਵੀ ਕਿਹਾ ਜਾਂਦਾ ਹੈ, ਧਾਰੀਦਾਰ ਮਾਸਪੇਸ਼ੀਆਂ ਵੀ ਇਸ ਨੂੰ ਕਿਹਾ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਧਾਰੀਆਂ ਬਣੀਆਂ ਹੁੰਦੀਆਂ ਨੇ। ਸੋ ਇਸ ਕਰਕੇ ਇਹਨਾਂ ਨੂੰ ਸਟ੍ਰੈਟੀਫਾਈਡ ਜਾਂ ਸਟ੍ਰੇਟਡ ਮਸਲਸ ਵੀ ਕਿਹਾ ਜਾਂਦਾ ਹੈ, ਜਿਸ ਨੂੰ ਕਹਿੰਦੇ ਧਾਰੀਦਾਰ ਮਾਸਪੇਸ਼ੀਆਂ। ਇਨਵੋਲੈਂਟਰੀ ਅਨਿਸ਼ਚਿਤ ਮਾਸਪੇਸ਼ੀਆਂ ਦੀ ਗੱਲ ਕਰ ਲਈਏ ਤਾਂ ਇਸ ਨੂੰ ਅਨਸਟ੍ਰੇਟਡ ਮਸਲਸ ਕਿਹਾ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਧਾਰੀਆਂ ਨਹੀਂ ਹੁੰਦੀਆਂ। ਇਸ ਨੂੰ ਧਾਰੀ ਰਹਿਤ ਮਾਸਪੇਸ਼ੀਆਂ ਜਾਂ ਅਨਿਸ਼ਚਿਤ ਮਾਸਪੇਸ਼ੀਆਂ ਕਿਹਾ ਜਾਂਦਾ ਹੈ, ਜਾਂ ਇਸ ਤੋਂ ਇਲਾਵਾ ਇਸ ਨੂੰ ਸਮੂਥ ਮਸਲਸ ਵੀ ਬੋਲਿਆ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਇਸ ਨੂੰ ਇੱਥੇ ਸਮੂਥ ਮਸਲਸ ਵੀ ਬੋਲਿਆ ਜਾਂਦਾ ਹੈ, ਕੀ ਕਰਕੇ ਇਸ ਨੂੰ ਪੜ੍ਹਦੇ ਹਾਂ। ਸੋ ਜਿਹੜੀ ਵੋਲੈਂਟਰੀ ਮਸਲਸ ਹੁੰਦੀਆਂ ਜਾਂ ਸਟ੍ਰੇਟਡ ਮਸਲਸ ਹੁੰਦੀਆਂ ਨੇ ਜਾਂ ਸਕੈਲੇਟਲ ਮਸਲਸ ਹੁੰਦੀਆਂ ਨੇ, ਇੱਛਿਤ ਮਾਸਪੇਸ਼ੀਆਂ ਹੁੰਦੀਆਂ ਨੇ, ਧਾਰੀਦਾਰ ਮਾਸਪੇਸ਼ੀਆਂ ਹੁੰਦੀਆਂ ਨੇ, ਜਾਂ ਪਿੰਜਰ ਮਾਸਪੇਸ਼ੀਆਂ ਹੁੰਦੀਆਂ ਨੇ। ਸੋ ਸਾਰੇ ਨਾਮ ਤੁਸੀਂ ਇਹਨਾਂ ਦੇ ਨੋਟ ਕਰ ਲਓ। ਇਹ ਜਿਹੜੀਆਂ ਹੁੰਦੀਆਂ ਨੇ ਸਾਡੀ ਇੱਛਾ ਦੇ ਅਨੁਸਾਰ ਕੰਮ ਕਰਦੀਆਂ ਨੇ। ਅਸੀਂ ਆਪਣੀਆਂ ਬਾਹਾਂ ਦੀਆਂ, ਆਪਣੀ ਲੱਤਾਂ ਬਾਹਾਂ ਦੀਆਂ ਜਿਹੜੀਆਂ ਮਾਸਪੇਸ਼ੀਆਂ ਨੇ, ਅਸੀਂ ਉਸ ਨੂੰ ਆਪਣੀ ਇੱਛਾ ਦੇ ਅਨੁਸਾਰ ਹਿਲਾ ਸਕਦੇ ਹਾਂ, ਉਹਨਾਂ ਦੇ ਵਿੱਚ ਗਤੀ ਕਰ ਸਕਦੇ ਹਾਂ। ਸੋ ਉਹ ਮਾਸਪੇਸ਼ੀਆਂ ਹੁੰਦੀਆਂ ਨੇ ਜੋ ਸਾਡੀ ਇੱਛਾ ਦੇ ਅਨੁਸਾਰ ਚੱਲਦੀਆਂ ਨੇ। ਇਹ ਰਹੀ ਜੀ ਇਹਨਾਂ ਦੀ ਫੋਟੋ, ਤੁਸੀਂ ਇੱਥੇ ਦੇਖ ਸਕਦੇ ਹੋ। ਸੋ ਇਹ ਹੈਗੇ ਨੇ ਜੀ ਵੋਲੈਂਟਰੀ ਮਸਲਸ ਹੈਗੀਆਂ ਨੇ, ਸਵੈ ਇੱਛਿਤ ਮਸਲਸ ਨੇ। ਇਹਨਾਂ ਦੇ ਵਿੱਚ ਤੁਸੀਂ ਜਿਹੜੇ ਦੇਖ ਸਕਦੇ ਹੋ, ਜਿਹੜੇ ਨਿਊਕਲੀਅਸ ਹੈਗੇ ਨੇ ਉਹ ਬਹੁਤ ਸਾਰੇ ਨੇ, ਕਿਉਂਕਿ ਇਹਨਾਂ ਦੇ ਵਿੱਚ ਇਹ ਮਲਟੀ ਨਿਊਕਲੀਏਟਡ ਸੈਲਸ ਹੁੰਦੇ ਨੇ, ਬਹੁ ਕੇਂਦਰਕ ਸੈਲਸ ਹੁੰਦੇ ਨੇ, ਜਿਨ੍ਹਾਂ ਵਿੱਚ ਬਹੁਤ ਸਾਰੇ ਕੇਂਦਰਕ ਪਾਏ ਜਾਂਦੇ ਨੇ, ਨਿਊਕਲੀਅਸ ਪਾਏ ਜਾਂਦੇ ਨੇ, ਤੇ ਨਾਲ ਹੀ ਇਹਨਾਂ ਵਿੱਚ ਬਹੁਤ ਸਾਰੇ ਮਾਈਟੋਕੌਂਡਰੀਆ ਵੀ ਹੁੰਦੇ ਨੇ। ਕਿਉਂਕਿ ਇੰਨਾ ਸਾਰਾ ਕੰਮ ਕਰਨ ਲਈ, ਇੰਨੀ ਸਾਰੀ ਗਤੀ ਕਰਨ ਲਈ, ਜਿਸ ਨੂੰ ਅਸੀਂ ਆਪਣੀ ਸਵੈ ਇੱਛਾ ਦੇ ਅਨੁਸਾਰ ਗਤੀ ਕਰਵਾ ਸਕਦੇ ਹਾਂ, ਉਹਨਾਂ ਮਾਸਪੇਸ਼ੀਆਂ ਨੂੰ ਗਤੀ ਦੇ ਵਿੱਚ ਕੰਮ ਕਰਨ ਲਈ ਬਹੁਤ ਸਾਰੀ ਊਰਜਾ ਚਾਹੀਦੀ ਹੁੰਦੀ ਹੈ। ਸੋ ਉਹ ਸਾਰੀ ਊਰਜਾ ਜਿਹੜੀ ਹੈ ਮਾਈਟੋਕੌਂਡਰੀਆ ਦੇ ਵਿੱਚ ਹੀ ਸਟੋਰ ਹੁੰਦੀ ਹੈ। ਇਹ ਆਪਾਂ ਸੈੱਲ ਵਾਲੇ ਚੈਪਟਰ ਦੇ ਵਿੱਚ ਪੜ੍ਹਿਆ ਸੀ, ਸੈਕਿੰਡ ਲੈਕਚਰ ਦੇ ਵਿੱਚ। ਸੋ ਇੰਨੀ ਸਾਰੀ એનર્ਜੀ ਜਿਹੜੀ ਊਰਜਾ ਜਿਹੜੀ ਸਟੋਰ ਹੁੰਦੀ ਹੈ ਮਾਈਟੋਕੌਂਡਰੀਆ ਦੇ ਵਿੱਚ ਸਟੋਰ ਹੁੰਦੀ ਹੈ, ਇਸ ਕਰਕੇ ਇਹਨਾਂ ਦੇ ਵਿੱਚ ਬਹੁਤ ਸਾਰੇ ਮਾਈਟੋਕੌਂਡਰੀਆ ਪਾਏ ਜਾਂਦੇ ਨੇ। ਊਰਜਾ ਜਿਹੜੀ ਆਪਣੇ ਸਰੀਰ ਦੇ ਵਿੱਚ ATP ਫਾਰਮ ਦੇ ਵਿੱਚ ਸਟੋਰ ਹੁੰਦੀ ਹੈ। ਨਾਲ ਹੀ ਆਪਾਂ ਤੁਹਾਨੂੰ ਦੱਸਿਆ ਸੀ ਇਹ ਜਿਹੜੇ ਸੈੱਲ ਹੁੰਦੇ ਨੇ ਸਿਲੰਡਰੀਕਲ ਸ਼ੇਪ ਦੇ ਹੁੰਦੇ ਨੇ। ਦੇਖੋ ਇਹਦੇ ਵਿੱਚ ਇੱਕ ਸਿਲੰਡਰ ਦੀ ਸ਼ੇਪ ਦੇ ਵਿੱਚ ਇਹ ਸੈੱਲ ਨੇ, ਤੇ ਨਾਲ ਹੀ ਤੁਸੀਂ ਇਹਦੇ ਵਿੱਚ ਧਾਰੀਆਂ ਦੇਖ ਸਕਦੇ ਹੋ। ਇਹਦੇ ਵਿੱਚ ਇਹ ਧਾਰੀਆਂ ਜਿਹੜੀਆਂ ਸ਼ੋ ਹੋ ਰਹੀਆਂ ਨੇ, ਇਹਨਾਂ ਨੂੰ ਹੀ ਸਟ੍ਰੇਸ਼ਨਸ ਜਾਂ ਧਾਰੀਆਂ ਕਿਹਾ ਜਾਂਦਾ ਹੈ। ਇਸ ਲਈ ਇਹਨਾਂ ਦਾ ਨਾਮ ਹੈਗਾ ਧਾਰੀਦਾਰ ਮਾਸਪੇਸ਼ੀਆਂ, ਕਿਉਂਕਿ ਲੱਤਾਂ ਬਾਹਾਂ ਸਾਡੇ ਪਿੰਜਰ ਦੇ ਨਾਲ ਲੱਗੀਆਂ ਹੁੰਦੀਆਂ ਨੇ, ਇਸੇ ਕਰਕੇ ਇਸ ਨੂੰ ਪਿੰਜਰ ਮਾਸਪੇਸ਼ੀਆਂ ਵੀ ਕਿਹਾ ਜਾਂਦਾ ਹੈ। ਤੇ ਕਿਉਂਕਿ ਸਾਡੀ ਇੱਛਾ ਦੇ ਮੁਤਾਬਿਕ ਕੰਮ ਕਰਦੀਆਂ ਨੇ, ਇਸੇ ਕਰਕੇ ਇਹਨਾਂ ਨੂੰ ਵੋਲੈਂਟਰੀ ਮਸਲਸ ਜਾਂ ਸਵੈ ਇੱਛਿਤ ਮਸਲਸ ਵੀ ਕਿਹਾ ਜਾਂਦਾ ਹੈ। ਫੰਕਸ਼ਨਸ ਆਪਾਂ ਤੁਹਾਨੂੰ ਦੱਸੀਆਂ ਜੀ। ਇੱਕ ਤਾਂ ਆਪਣੀ ਇੱਛਾ ਦੇ ਅਨੁਸਾਰ ਜਦ ਵੀ ਆਪਾਂ ਇਸ ਨੂੰ ਗਤੀ ਕਰਵਾਉਣੀ ਹੁੰਦੀ ਹੈ ਤਾਂ ਉਦੋਂ ਇਹ ਮਾਸਪੇਸ਼ੀਆਂ ਹੈਲਪ ਕਰਦੀਆਂ ਨੇ ਸਾਡੀ ਲੱਤਾਂ ਬਾਹਾਂ ਦੇ ਵਿੱਚ ਮੂਵਮੈਂਟ ਕਰਨ ਦੇ ਲਈ। ਸਾਡੇ ਜੌ, ਜਿਸ ਨੂੰ ਅਸੀਂ ਜਬਾੜਾ ਕਹਿੰਦੇ ਹਾਂ, ਤੇ ਆਈਬੋਲਸ ਯਾਨੀ ਕਿ ਸਾਡੀ ਅੱਖਾਂ ਦੇ ਜਿਹੜੇ ਵਿੱਚ ਡੇਲੇ ਹੁੰਦੇ ਨੇ, ਉਹਨਾਂ ਦੇ ਵਿੱਚ ਕੋਆਰਡੀਨੇਸ਼ਨ ਕਰਨ ਦੇ ਲਈ, ਉਹਨਾਂ ਦੇ ਵਿੱਚ ਇਕਸਾਰਤਾ ਲਿਆਉਣ ਦੇ ਵਿੱਚ ਇਹ ਕੰਮ ਕਰਦੀਆਂ ਨੇ। ਇੱਥੇ ਅਸੀਂ ਉਹ ਅੰਗ ਜੋ ਸਾਡੀ ਸਵੈ ਇੱਛਾ ਦੇ ਮੁਤਾਬਿਕ ਕੰਮ ਕਰਦੇ ਨੇ, ਉੱਥੇ ਇਹ ਮਾਸਪੇਸ਼ੀਆਂ ਪਾਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਦੂਸਰੀਆਂ ਹੁੰਦੀਆਂ ਨੇ ਜੀ ਇਨਵੋਲੈਂਟਰੀ ਮਸਲਸ, ਯਾਨੀ ਕਿ ਅਨਇੱਛਿਤ ਮਾਸਪੇਸ਼ੀਆਂ ਜੋ ਸਾਡੀ ਇੱਛਾ ਦੇ ਮੁਤਾਬਿਕ ਕੰਮ ਨਹੀਂ ਕਰਦੀਆਂ। ਤੁਸੀਂ ਫੋਟੋ ਦੇਖ ਰਹੇ ਹੋ ਜੀ, ਇਹ ਜਿਹੜੀਆਂ ਅਨਿੱਛਿਤ ਮਾਸਪੇਸ਼ੀਆਂ ਦੀ ਹੈ, ਇਹਨਾਂ ਨੂੰ ਅਨਿੱਛਿਤ ਕਹਿੰਦੇ ਨੇ ਕਿਉਂਕਿ ਸਾਡੀ ਇੱਛਾ ਦੇ ਮੁਤਾਬਿਕ ਕੰਮ ਨਹੀਂ ਕਰਦੀਆਂ। ਇਨਵੋਲੈਂਟਰੀ ਮਸਲਸ ਨੇ ਦੂਸਰੇ, ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸਵੈ ਇੱਛਾ ਦੀ ਤਰ੍ਹਾਂ ਇਹਦੇ ਵਿੱਚ ਧਾਰੀਆਂ ਵੀ ਤੁਹਾਨੂੰ ਨਹੀਂ ਮਿਲਣਗੀਆਂ, ਇਸ ਲਈ ਇਹਨਾਂ ਨੂੰ ਧਾਰੀ ਰਹਿਤ ਮਾਸਪੇਸ਼ੀਆਂ ਯਾਨੀ ਕਿ ਅਨਸਟੇਟਡ ਮਸਲਸ ਵੀ ਕਿਹਾ ਜਾਂਦਾ ਹੈ। ਤੇ ਨਾਲ ਹੀ ਬਹੁਤ ਸਮੂਥ ਨੇ, ਇਹਨਾਂ 'ਚ ਧਾਰੀਆਂ ਨਹੀਂ ਹੈਗੀਆਂ, ਇਸ ਕਰਕੇ ਇਹਨਾਂ ਨੂੰ ਸਮੂਥ ਮਸਲਸ ਵੀ ਕਿਹਾ ਜਾਂਦਾ ਹੈ। ਸੋ ਤਿੰਨੋਂ ਨਾਮ ਤੁਸੀਂ ਇਹਨਾਂ ਦੇ ਨੋਟ ਕਰ ਲਓ। ਸਟਰਕਚਰ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਉਹਦੇ ਜਿਹੜੇ ਸੈੱਲ ਸੀ ਉਹ ਲੰਬੇ ਸੀ, ਸਿਲੰਡਰ ਆਕਾਰ ਦੇ ਸੀ, ਲੇਕਿਨ ਇਹਦੇ ਸੈੱਲ ਕੁਝ ਇਸ ਆਕਾਰ ਦੇ ਵਿੱਚ ਪਾਏ ਜਾਂਦੇ ਨੇ। ਇਸ ਨੂੰ ਅਸੀਂ ਸਪਿੰਡਲ ਆਕਾਰ, ਜਿਹੜਾ ਸਪਿੰਡਲ ਸ਼ੇਪ ਕਹਿੰਦੇ ਹਾਂ। ਸੈੱਲ ਜਿਹੜੇ ਲੰਬੇ ਹੁੰਦੇ ਨੇ ਤੇ ਤਿੱਖੇ ਸਿਰਿਆਂ ਵਾਲੇ ਹੁੰਦੇ ਨੇ, ਇੰਗਲਿਸ਼ ਇਹਨਾਂ ਨੂੰ ਸਪਿੰਡਲ ਸ਼ੇਪ ਕਿਹਾ ਜਾਂਦਾ ਹੈ। ਤੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਸੈੱਲ ਦੇ ਵਿੱਚ ਸਿਰਫ ਇੱਕ ਨਿਊਕਲੀਅਸ ਪਾਇਆ ਜਾਂਦਾ ਹੈ। ਸੋ ਇਸ ਨੂੰ ਯੂਨੀਨਿਊਕਲੀਏਟਡ ਵੀ ਕਹਿੰਦੇ ਨੇ, ਕਿਉਂਕਿ ਇਹਨਾਂ ਵਿੱਚ ਸਿਰਫ ਇੱਕ ਨਿਊਕਲੀਅਸ ਹੁੰਦਾ ਹੈ। ਇਹਨਾਂ ਦਾ ਕੰਮ ਕੀ ਹੈ? ਇਹਨਾਂ ਦਾ ਜਿਵੇਂ ਸਾਡੀ ਸਰੀਰ ਦੇ ਅੰਦਰ ਜਿੰਨੇ ਵੀ ਅੰਗ ਨੇ, ਜਿੰਨੇ ਵੀ ਅੰਗ ਆਪਣਾ ਕੰਮ ਕਰਦੇ ਨੇ, ਸਾਡੀ ਇੱਛਾ ਤੋਂ ਬਗੈਰ ਆਪਣੇ ਆਪ ਕੰਮ ਕਰਦੇ ਨੇ। ਅਗਰ ਆਪਾਂ ਗੱਲ ਕਰ ਲਈਏ ਸਾਡੀ ਜਿੰਨੀ ਵੀ ਲਿਸਾਨ ਨਲੀ ਹੈ, ਉਹ ਸਾਰੀ ਜਿਹੜੀ ਹੈ ਉਹ ਕੰਮ ਕਰਦੀ ਹੈ, ਆਪਣੇ ਆਪ ਕੰਮ ਕਰਦੀ ਹੈ, ਸਾਡੀ ਇੱਛਾ ਤੋਂ ਬਗੈਰ ਕੰਮ ਕਰਦੀ ਹੈ। ਉੱਥੇ ਜੋ ਸਟਮਕ ਕੰਮ ਕਰ ਰਿਹਾ, ਜੋ ਸਾਡੀਆਂ ਅੰਤੜੀਆਂ ਕੰਮ ਕਰ ਰਹੀਆਂ ਨੇ, ਪੂਰੀ ਐਲੀਮੈਂਟਰੀ ਕੈਨਾਲ ਜੋ ਕੰਮ ਕਰ ਰਹੀ ਹੈ, ਉੱਥੇ ਸਾਰੀ ਜਿਹੜੀਆਂ ਮਾਸਪੇਸ਼ੀਆਂ ਕੰਮ ਕਰਦੀਆਂ ਨੇ ਸਰੀਰ ਦੇ ਅੰਦਰ, ਉੱਥੇ ਇਹ ਵਾਲੀਆਂ ਮਸਲਸ ਕੰਮ ਕਰਦੀਆਂ ਨੇ। ਅਨਿਸ਼ਚਿਤ ਇਨਵੋਲੈਂਟਰੀ ਮਸਲਸ ਕੰਮ ਕਰਦੀਆਂ ਨੇ। ਸਾਡੀ ਬਲੱਡ ਵੈਸਲਸ ਹੁੰਦੀਆਂ ਨੇ, ਲਹੂ ਵਹਿਣੀਆਂ ਹੁੰਦੀਆਂ ਨੇ, ਉੱਥੇ ਜਿਹੜੀ ਮਾਸਪੇਸ਼ੀਆਂ ਪਾਈਆਂ ਜਾਂਦੀਆਂ ਨੇ, ਇਨਵੋਲੈਂਟਰੀ ਮਸਲਸ ਪਾਈਆਂ ਜਾਂਦੀਆਂ ਨੇ। ਤੀਸਰੀ ਟਾਈਪ ਆ ਜਾਂਦੀ ਹੈ ਜੀ ਕਾਰਡਿਕ ਮਸਲਸ ਦੀ, ਦਿਲ ਦੀਆਂ ਮਾਸਪੇਸ਼ੀਆਂ ਦੀ। ਦੇਖੋ ਦਿਲ ਦੀਆਂ ਮਾਸਪੇਸ਼ੀਆਂ ਇਹਨਾਂ ਨੂੰ ਅਲੱਗ ਤੋਂ ਟਾਈਪ ਕਿਉਂ ਬਣਾਈ ਹੈਗੀ ਹੈ? ਦੇਖੋ ਦਿਲ ਦੀਆਂ ਮਾਸਪੇਸ਼ੀਆਂ ਵੀ ਜਿਹੜੀਆਂ ਨੇ ਉਹ ਇਨਵੋਲੈਂਟਰੀ ਹੁੰਦੀਆਂ ਨੇ, ਯਾਨੀ ਕਿ ਸਾਡੀ ਇੱਛਾ ਤੋਂ ਬਗੈਰ ਕੰਮ ਕਰਦੀਆਂ ਨੇ, ਅਨਿਸ਼ਚਿਤ ਹੁੰਦੀਆਂ ਨੇ। ਫਿਰ ਵੀ ਇਹਨਾਂ ਦੀ ਤੀਸਰੀ ਟਾਈਪ ਇਸ ਕਰਕੇ ਬਣਾਈ ਹੈ ਕਿਉਂਕਿ ਇਹਨਾਂ ਦਾ ਜੋ ਸਟਰਕਚਰ ਹੈਗਾ ਉਹ ਅਨਿਸ਼ਚਿਤ ਮਾਸਪੇਸ਼ੀਆਂ ਤੋਂ ਥੋੜਾ ਜਿਹਾ ਹਟ ਕੇ ਹੈ, ਇਸ ਕਰਕੇ ਇਹਨਾਂ ਨੂੰ ਤੀਸਰੀ ਟਾਈਪ ਬਣਾਇਆ ਗਿਆ। ਇਸ ਦੇ ਵਿੱਚ ਜੋ ਇਹਦਾ ਸਟਰਕਚਰ ਹੈ, ਬਣਤਰ ਇਹਦਾ ਢਾਂਚਾ ਹੈਗਾ, ਉਹ ਸਵੈ ਇੱਛਿਤ ਤੇ ਅਨਿਸ਼ਚਿਤ ਦੋਹਾਂ ਨੂੰ ਮਿਲਾ ਕੇ ਹੈ। ਕੁਝ ਗੁਣ ਇਸ ਦੇ ਵਿੱਚ ਸਵੈ ਇੱਛਿਤ ਵਾਲੇ ਸੀ ਤੇ ਕੁਝ ਗੁਣ ਇਸ ਦੇ ਵਿੱਚ ਅਨਿਸ਼ਚਿਤ ਵਾਲੇ ਸੀ। ਸੋ ਇਸ ਕਰਕੇ ਇਹਨਾਂ ਦੀ ਤੀਸਰੀ ਟਾਈਪ ਬਣਾਈ ਗਈ ਹੈ। ਇਹਨਾਂ ਨੂੰ ਹਾਰਟ ਮਸਲਸ, ਕਾਰਡਿਕ ਮਸਲਸ ਜਾਂ ਦਿਲ ਦੀਆਂ ਮਾਸਪੇਸ਼ੀਆਂ ਕਿਹਾ ਜਾਂਦਾ ਹੈ। ਇਨਵੋਲੈਂਟਰੀ ਮਸਲਸ ਨੇ ਯੂਨੀਕ ਮਸਲਸ ਹਨ ਜੋ ਸਿਰਫ ਹਾਰਟ ਯਾਨੀ ਕਿ ਦਿਲ ਦੀ ਦੀਵਾਰਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ। ਕਿਸ ਚੀਜ਼
ਦੇ ਵਿੱਚ ਰਿਸਪੌਂਸਿਬਲ ਨੇ। ਦੇਖੋ ਮਾਸਪੇਸ਼ੀਆਂ ਦਾ ਕੰਮ ਤਾਂ ਉਹੀ ਹੈ, ਕੰਟਰੈਕਸ਼ਨ ਤੇ ਰਿਲੈਕਸੇਸ਼ਨ, ਸੁੰਗੜਨਾ ਤੇ ਫੈਲਣਾ, ਲੇਕਿਨ ਇਹ ਦਿਲ ਦੀਆਂ ਮਾਸਪੇਸ਼ੀਆਂ ਨੇ, ਦਿਲ ਵਿੱਚ ਜੋ ਰਿਦਮਿਕ ਕੰਟਰੈਕਸ਼ਨ ਰਿਲੈਕਸੇਸ਼ਨ ਹੁੰਦੀ ਆ ਉਹਦੇ ਵਿੱਚ ਇਹ ਰਿਸਪੌਂਸਿਬਲ ਨੇ, ਉਹਦੇ ਵਿੱਚ ਇਹ ਕੰਮ ਕਰਦੀਆਂ ਨੇ। ਸਟਰਕਚਰ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਇਹਦੇ ਵਿੱਚ ਸਟ੍ਰੇਸ਼ਨਸ ਯਾਨੀ ਕਿ ਇਹਦੇ ਵਿੱਚ ਤੁਹਾਨੂੰ ਧਾਰੀਆਂ ਦਿਖਾਈ ਦੇਣਗੀਆਂ, ਪਰ ਤੁਸੀਂ ਦੇਖ ਸਕਦੇ ਹੋ ਧਾਰੀਆਂ ਨਹੀਂ ਪ੍ਰੋਮੀਨੈਂਟ ਨਹੀਂ ਹੈਗੀਆਂ, ਇੰਨੀ ਉੱਗਰ ਕੇ ਨਹੀਂ ਦਿਖਾਈ ਦਿੰਦੀਆਂ। ਪਲੱਸ ਇਹਦੇ ਵਿੱਚ ਨਿਊਕਲੀਅਸ ਦੀ ਗੱਲ ਕਰ ਲਈਏ ਤਾਂ ਅਨਿਸ਼ਚਿਤ ਸਵੈ ਮਾਸਪੇਸ਼ੀਆਂ ਦੀ ਤਰ੍ਹਾਂ ਇਹਦੇ ਵਿੱਚ ਨਿਊਕਲੀਅਸ ਜਿਹੜਾ ਹਰ ਇੱਕ ਸੈੱਲ ਦੇ ਵਿੱਚ ਇੱਕ ਨਿਊਕਲੀਅਸ ਪਾਇਆ ਜਾਂਦਾ ਹੈ। ਸੋ ਧਾਰੀਦਾਰ ਮਾਸਪੇਸ਼ੀਆਂ ਦੀ ਤਰ੍ਹਾਂ ਇਹਦੇ ਵਿੱਚ ਜਿਹੜੀਆਂ ਧਾਰੀਆਂ ਹੈਗੀਆਂ ਨੇ, ਤੇ ਧਾਰੀ ਰਹਿਤ ਮਾਸਪੇਸ਼ੀਆਂ ਦੀ ਤਰ੍ਹਾਂ ਇਹਦੇ ਵਿੱਚ ਸਿਰਫ ਜਿਹੜਾ ਇੱਕ ਨਿਊਕਲੀਅਸ ਹਰ ਇੱਕ ਸੈੱਲ ਦੇ ਵਿੱਚ ਪਾਇਆ ਜਾਂਦਾ ਹੈ, ਤੇ ਨਾਲ ਹੀ ਅਨਿਸ਼ਚਿਤ ਨੇ। ਤੋਂ ਕੁਝ ਗੁਣ ਇਹਦੇ ਵਿੱਚ ਸਵੈਚਿਤ ਵਾਲੇ ਸੀ, ਕੁਝ ਗੁਣ ਇਹਦੇ ਵਿੱਚ ਅਨਿਸ਼ਚਿਤ ਵਾਲੇ ਸੀ। ਦਿਲ ਦੇ ਵਿੱਚ ਹੀ ਪਾਈਆਂ ਜਾਂਦੀਆਂ ਨੇ ਇਹ ਮਾਸਪੇਸ਼ੀਆਂ ਸਿਰਫ, ਇਸ ਕਰਕੇ ਇਹਨਾਂ ਨੂੰ ਦਿਲ ਦੀਆਂ ਮਾਸਪੇਸ਼ੀ ਕਿਹਾ ਜਾਂਦਾ ਹੈ। ਹਾਂਜੀ, ਇਸ ਵੀਡੀਓ ਦੇ ਵਿੱਚ ਆਪਾਂ ਦੋ ਐਨੀਮਲ ਟਿਸ਼ੂ ਬਾਰੇ ਪੜ੍ਹਿਆ। ਸਭ ਤੋਂ ਪਹਿਲਾਂ ਐਪੀਥੀਲੀਅਲ ਟਿਸ਼ੂ ਬਾਰੇ ਪੜ੍ਹਿਆ ਤੇ ਦੂਸਰਾ ਆਪਾਂ ਪੜ੍ਹਿਆ ਮਸਕੂਲਰ ਟਿਸ਼ੂ। ਉਹਦੀਆਂ ਤਿੰਨੋਂ ਟਾਈਪਸ ਸਟ੍ਰੇਟਡ, ਨੌਨ ਸਟ੍ਰੇਟਡ ਤੇ ਕਾਰਡਿਕ ਮਸਲ, ਇਹ ਤਿੰਨੋਂ ਟਾਈਪ ਆਪਾਂ ਕਰ ਚੁੱਕੇ ਹਾਂ। ਨੈਕਸਟ ਦੋ ਟਿਸ਼ੂ ਹੈਗੇ ਜੋ ਕਨੈਕਟਿਵ ਟਿਸ਼ੂ, ਨਰਵਸ ਟਿਸ਼ੂ, ਇਹਨਾਂ ਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ। ਇਸ ਵੀਡੀਓ ਦੇ ਵਿੱਚ ਆਈ ਹੋਪ ਤੁਹਾਨੂੰ ਸਾਰੇ ਪੁਆਇੰਟਸ ਚੰਗੀ ਤਰ੍ਹਾਂ ਕਲੀਅਰ ਹੋਏ ਹੋਣਗੇ, ਟਿਸ਼ੂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਏ ਹੋਣਗੇ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ। ਅਗਰ ਕੋਈ ਸੁਜੈਸ਼ਨ ਹੈ ਤਾਂ ਤੁਸੀਂ ਉਹ ਵੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹਨਾਂ ਵੀਡੀਓਜ਼ ਦੇ ਲਈ ਲਿਖ ਸਕਦੇ ਹੋ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਨੂੰ ਪਾਉਣ ਲਈ ਤੁਸੀਂ ਫੇਸਬੁੱਕ ਜਾਂ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ, ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕ ਯੂ।